बिस्मिल्ला जी। थड़ा सियासत के नाल मैं तुहाडा यार अहमद लतीफ़ ते अज साडे नाल मौजूद ने माहिर तालीम, अदीब, शायर, तज्जियाकार, ब्राडकास्टर जनाब प्रोफैसर डॉक्टर अतर कसीम। अस्सलाम वालेकुम जी। वालेकुम सलाम लतीफ़ साहब। गल्लां बड़ियां साडे कोल और एक माहिर तालीम जिहड़ा है वो बड़ा दुखी होकर सारे मामले नूं तकदा है। फिर वो माहिर तालीम जिहड़ा जाहिर है असी तुसी सारे जिहड़े आ वट्टा रखे आ साडे ते ਇਹ ਹਾਲਾਤ ਦਾ ਵੱਟਾ ਤੇ ਅਸੀਂ ਕਾਰ ਥਲੂ ਜੰਮ ਕੇ ਆ ਗਏ ਆ ਉੱਪਰ। ਸਾਨੂੰ ਕਿਸੇ ਆਣ ਨਹੀਂ ਦਿੱਤਾ, ਅਸੀਂ ਜ਼ੋਰੀ ਜੰਮੇ ਆ। ਉਹ ਜਿਹੜਾ ਕਹਿੰਦਾ ਸੀ ਨਾ ਸਾਡਾ ਬਾਬਾ ਹਫੀਜ਼ ਅਹਲੇ ਜ਼ੁਬਾਨ ਕਬ ਮਾਨਤੇ ਥੇ ਬੜੇ ਜ਼ੋਰਾਂ ਸੇ ਮਨਵਾਇਆ ਗਿਆ ਹੂੰ। ਇਹ ਬੜਿਆਂ ਜ਼ੋਰਾਂ ਨਾਲ ਮਨਵਾਏ ਗਏ ਅਸੀਂ ਲੋਕ। ਅਸੀਂ ਉਹ ਜਿਹੜੇ ਟਾਟ ਸਕੂਲ ਦੇ ਲੋਕ ਫਿਰ GCV ਪਹੁੰਚੇ, ਫਿਰ ਉੱਥੇ ਮੁਕਾਬਲਾ ਵੀ ਕੀਤਾ, ਫਿਰ ਉਹਨਾਂ ਲੋਕਾਂ ਦੀ ਰਹਿਤਲ ਵੀ ਤੱਕੀ ਤੇ ਵਜ਼ਾਕਤਾ ਤੇ ਉਹਨਾਂ ਦੇ ਤੌਰਤਵਾਰ ਵੀ ਤੱਕੇ। ਮੈਂ ਚਾਹਾਂਗਾ ਅਸੀਂ ਥੋੜਾ ਜਿਹਾ ਦਸੀਏ ਇੱਕ ਤਾਂ ਸਾਡੀ ਐਜੂਕੇਸ਼ਨ ਜਿਹੜੀ ਹੈ ਉਹਦੀ ਰੇਸ਼ੋ ਕਿਉਂ ਘੱਟ ਹੈ। ਪੂਰੀ ਦੁਨੀਆ 'ਚ ਮੰਨਿਆ ਪਰਮੰਨਿਆ ਅਸੂਲ ਹੈ ਮਾਂ ਬੋਲੀਆਂ 'ਚ ਤਾਲੀਮ ਦੇਣ ਦਾ, ਅਸੀਂ ਨਹੀਂ ਕਰਦੇ ਪਏ। ਸਾਡੇ ਅੱਡਾਂ 'ਚ ਜਿਹੜੀ ਰੱਚੀ ਬੱਸੀ ਜਿਹਨੂੰ ਕਹਿੰਦੇ ਨਾ ਗੁਲਾਮੀ, ਉਹਨੂੰ ਬਾਹਰ ਕਿਸ ਤਰ੍ਹਾਂ ਕੱਢੀਏ। ਔਰ ਸਾਡੇ ਕੋਲ ਇੱਥੇ ਇੱਕ ਪੂਰਾ ਜਿਹੜਾ ਸਿਸਟਮ ਹੈ ਜਿਹੜਾ ਵੈਸਟ ਦਾ, ਔਰ ਮੈਂ ਸਮਝਦਾ ਅੱਜ ਵੀ ਉਹ ਜਕੜਬੰਦੀ ਜਿਹੜੀ ਹੈ ਮੌਜੂਦ ਹੈ। ਔਰ ਸਾਰੇ ਜਗੀਰਦਾਰ, ਸਾਰੇ ਪੀਰ, ਸਾਰੇ ਉਹ ਜਿਹੜੇ ਪੱਗ ਬੰਨ ਲੋਕ ਹੁੰਦੇ ਸਨ ਜਿਹੜੀ ਜ਼ਿਲ੍ਹੀ ਇੰਤਜ਼ਾਮੀਆਂ ਦੇ, ਉਹ ਸਾਰੇ ਮੌਜੂਦ ਹਨ। ਔਰ ਅੱਜ ਅਸੀਂ ਇੱਕ ਨਿਗਾਹ ਕਰੀਏ ਤੇ ਮੈਂ ਚਾਹਾਂਗਾ ਤੁਸੀਂ ਜ਼ਾਹਿਰ ਹੈ ਮੁਹੱਕਿਕ ਹੈਗੇ ਹੋ ਔਰ ਤੁਹਾਡੀ ਜਿਹੜੀ ਅਸਲ ਪੂਰੀ ਦੁਨੀਆ 'ਚ ਫਿਕਸ਼ਨ ਹੈ, ਸ਼ਾਇਰੀ ਹੈ ਤੇ ਫਿਰ ਆਟੋਬਾਇਓਗ੍ਰਾਫੀ ਹੈ, ਉਹ ਤੁਹਾਡਾ ਥੀਸਿਸ ਹੈ। ਔਰ ਮੈਂ ਸਮਝਣਾ ਕਿ ਹਿਸਟਰੀ ਦਾ ਆਪਣਾ ਇੱਕ ਮਜ਼ਾ ਹੈ ਤੇ ਆਟੋਬਾਇਓਗ੍ਰਾਫੀਆਂ ਦਾ ਆਪਣਾ ਇੱਕ ਮਜ਼ਾ ਹੈ। ਆਪ ਬੀਤੀਆਂ ਦਾ, ਆਪ ਬੀਤੀਆਂ ਬੜਾ ਅਜੀਬੋ ਗਰੀਬ ਹੈ। ਮੈਂ ਉਹ ਵੀ ਚਾਹਾਂਗਾ ਸਾਨੂੰ ਤੁਸੀਂ ਦੱਸੋਗੇ, ਕਿਉਂਕਿ ਮੈਂ ਗੱਲ ਕਰਕੇ ਸਾਰੀ ਤੇ ਤੁਹਾਨੂੰ ਗੋ ਕਰ ਦਿਆਂਗਾ, ਬਾਕੀ ਗੱਲਾਂ ਤੁਸੀਂ ਕਰਨੀਆਂ ਨੇ। ਸਾਡੇ ਕੋਲ ਜਗੀਰਦਾਰ ਹਨ ਤੇ ਨਾਲ ਉਹ ਕੌਣ ਹਨ? ਪੀਰ। ਇੱਕ ਸੱਪ ਤੇ ਦੂਜਾ ਉੱਡਣਾ, ਜ਼ਰਾ ਦੱਸਣਾ ਹਾਂ ਸਾਨੂੰ। ਬਹੁਤ ਸ਼ੁਕਰੀਆ ਅਹਿਮਦ ਲਤੀਫ ਭਾਈ। ਇੱਕ ਤਾਂ ਮੈਂ ਮੁਬਾਰਕਬਾਦ ਦੇਣਾ ਚਾਹਾਂਗਾ ਤੁਹਾਨੂੰ ਕਿ ਤੁਸੀਂ ਇੱਕ ਐਸੇ ਉਨਵਾਨ ਦੇ ਉੱਤੇ ਮੌਜੂ 'ਤੇ ਅੱਜ ਪ੍ਰੋਗਰਾਮ ਕਰ ਰਹੇ ਹੋ ਜਿਹੜਾ ਮੌਜੂ ਬਹੁਤ ਘੱਟ ਛੇੜਿਆ ਜਾਂਦਾ ਹੈ। ਔਰ ਕੋਈ ਐਂਕਰ ਤੁਹਾਡੇ ਵਰਗਾ ਜਿਹੜਾ ਸਾਹਿਬੇ ਈਮਾਨ ਹੈ ਉਹ ਜੁਰਤ ਕਰਦਾ ਵੇ ਇਸ ਤਰ੍ਹਾਂ ਦੀ ਗੱਲ ਕਰਨ ਦੀ। ਅਤੇ ਮੈਂ ਆਪਣੇ ਸੁਣਨ ਵਾਲਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਜਿਹੜੀ ਗੱਲ ਅਹਿਮਦ ਲਤੀਫ ਸਾਹਿਬ ਨੇ ਆਪਣੇ ਆਗਾਜ਼ ਵਿੱਚ ਕੀਤੀ ਹੈ ਸ਼ੁਰੂ 'ਚ, ਉਹ ਬੜੀ ਵਾਜ਼ੇ ਵੇ ਕਿ ਅਸੀਂ ਆਪਣੀ ਮਿੱਟੀ ਤੋਂ ਦੂਰ ਹੋ ਗਏ, ਅਸੀਂ ਆਪਣੀ ਸਕਾਫਤ ਤੋਂ ਦੂਰ ਹੋ ਗਏ। ਸਾਨੂੰ ਜਿਹੜਾ ਮਸ਼ਰਕ ਨੇ ਜੋ ਕੁਝ ਦਿੱਤਾ ਸੀ ਅਸੀਂ ਉਹਨੂੰ ਆਪਣੇ ਹੱਥੀਂ ਜ਼ਾਇਆ ਕੀਤਾ। ਇਹ ਹੁਣ ਜਿਹੜੀ ਗੱਲ ਕਰ ਰਹੇ ਨੇ ਉਹ ਇਹ ਵੇ ਕਿ ਜਿਹੜਾ ਟਾਟ ਸਕੂਲਾਂ 'ਤੇ ਪੜ੍ਹਨ ਵਾਲੇ ਬੱਚੇ ਸਨ, ਜਿਨ੍ਹਾਂ ਨੇ ਉਸਤਾਦਾਂ ਦੀਆਂ ਮਾਰਾਂ ਖਾਧੀਆਂ ਨੇ, ਜਿਨ੍ਹਾਂ ਨੇ ਫੱਟੀਆਂ ਪੋਚ ਕੇ ਲਿਖੀਆਂ ਨੇ, ਜਿਨ੍ਹਾਂ ਦੇ ਮਤਲਬ ਪਿੱਛੇ ਉਹਨਾਂ ਦੇ ਮਾਂ-ਬਾਪ ਵੀ ਹੁੰਦੇ ਸਨ ਅਤੇ ਉਸਤਾਦ ਵੀ ਬੜੇ ਮੁਖਲਿਸ ਹੁੰਦੇ ਸਨ, ਅਸੀਂ ਦੇਖਦੇ ਹਾਂ ਕਿ ਉਹ ਲੋਕ ਬੜੀ ਜਗ੍ਹਾ 'ਤੇ ਪਹੁੰਚੇ ਔਰ ਉਹਨਾਂ ਨੇ ਇਸ ਮੁਲਕ ਦੀ ਖਿਦਮਤ ਕੀਤੀ ਆਪਣੇ ਸ਼ੋਬੇ ਦੇ ਵਿੱਚ, ਆਪਣੇ ਡਿਪਾਰਟਮੈਂਟ ਦੇ ਵਿੱਚ। ਲੇਕਿਨ ਬਦਕਿਸਮਤੀ ਇਹ ਵੇ ਕਿ ਸਾਡੇ ਇਸ ਮੁਆਸ਼ਰੇ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਨੇ। ਇੱਕ ਉਹ ਜਿਹੜਾ ਅਸ਼ਰਾਫੀਆ ਹੈ ਜੀ, ਔਰ ਇੱਕ ਉਹ ਵੇ ਜਿਹੜਾ ਸਾਡੇ ਵਰਗਾ ਮੁਤਵਸਤ ਤਬਕਾ ਜਿਹਨੂੰ ਕਹਿ ਲਓ ਦਰਮਿਆਨੇ ਦਰਜੇ ਦਾ ਮੀਡੀਆਕਰ ਤਬਕਾ ਜਿਹੜਾ ਵੇ। ਮੈਂ ਲਤੀਫ ਸਾਹਿਬ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਜਿਹੜੀ ਕਿ ਬੁਨਿਆਦ ਹੈ ਅੱਜ ਦੀ ਇਸ ਗੁਫ਼ਤਗੂ ਦੀ, ਕਿ ਮੇਰੇ ਦਾਦਾ ਜੀ ਮੁਹੰਮਦ ਸਾਦਿਕ ਸਿੱਦੀਕੀ ਅੰਮ੍ਰਿਤਸਰ ਤੋਂ ਹਿਜਰਤ ਕਰਕੇ ਆਏ ਸਨ ਪਾਕਿਸਤਾਨ ਦੇ ਇਲਾਕੇ 'ਚ। ਉਹਨਾਂ ਦਾ ਕਾਰੋਬਾਰ ਸੀ ਇੱਕ ਲਕਸ਼ਮੀ ਚੌਕ ਲਾਹੌਰ ਦੇ ਵਿੱਚ। ਉਹ ਅੰਮ੍ਰਿਤਸਰ ਤੋਂ ਆਉਂਦੇ ਹੁੰਦੇ ਸਨ ਸਾਈਕਲ ਦੇ ਉੱਤੇ, ਅਤੇ ਫਿਰ ਉਸ ਤੋਂ ਬਾਅਦ ਜਿਸ ਟਾਈਮ ਉਹ ਹੋਈ ਤਬਾਹੀ ਮਚੀ, ਉਜਾੜੇ ਪਏ ਜਿਹਨਾਂ ਨੂੰ ਕਹਿੰਦੇ ਨੇ, ਅਤੇ ਜਦੋਂ ਆਏ ਤਾਂ ਉਹ ਫਿਰ ਆ ਕੇ ਟੋਬਾ ਟੇਕ ਸਿੰਘ ਇੱਕ ਸ਼ਹਿਰ ਹੈ ਪੰਜਾਬ ਦਾ, ਉਹਦੇ ਵਿੱਚ ਆ ਕੇ ਉਹਨਾਂ ਨੇ ਡੇਰੇ ਲਾਏ। ਮੰਟੋ ਵਾਲਾ ਟੋਬਾ ਟੇਕ ਸਿੰਘ। ਉਹਦੇ 'ਚ ਕਹਿੰਦੇ ਨੇ ਸਾਡੇ ਅੱਬਾ ਜੀ ਦੱਸਦੇ ਹੁੰਦੇ ਸਨ ਕਿ ਦਾਦਾ ਜੀ ਗਏ ਪਟਵਾਰੀ ਕੋਲ। ਉਸ ਵਕਤ ਅੰਮ੍ਰਿਤਸਰ 'ਚ ਜਿਹੜੀ ਕੋਈ ਜ਼ਮੀਨ ਹੋਏਗੀ ਉਹਦੇ ਇਵਜ਼ ਇੱਕ ਜ਼ਮੀਨ ਮਿਲ ਰਹੀ ਸੀ, ਔਰ ਉਹ ਇੱਕ ਜਿਹੜੀ ਜ਼ਮੀਨ ਮਿਲ ਰਹੀ ਸੀ ਉਹ ਝੰਗ ਦੇ ਕਰੀਬ ਇੱਕ ਇਲਾਕਾ ਬਾਗ ਹੈ ਜਿਹਦੇ ਵਿੱਚ ਇੱਕ ਮੁਰੱਬਾ ਜ਼ਮੀਨ ਦਾ ਅਲਾਟ ਹੋਇਆ ਸਾਡੇ ਦਾਦਾ ਜੀ ਨੂੰ। ਜਦੋਂ ਅਲਾਟ ਹੋਇਆ ਤੇ ਪਟਵਾਰੀ ਨੇ ਕਿਹਾ ਸਿੱਦੀਕੀ ਸਾਹਿਬ 5 ਰੁਪਏ ਲੱਗਣਗੇ ਚਾਹ ਪਾਣੀ ਦੇ। ਅੱਛਾ, ਉਸ ਜ਼ਮਾਨੇ 'ਚ 5 ਰੁਪਏ 47 ਦੀਆਂ ਗੱਲਾਂ ਨੇ। ਦਾਦਾ ਜੀ ਨੇ ਕਿਹਾ ਯਾਰ ਕਾਗਜ਼ ਦਿਖਾ ਨਾ ਜ਼ਰਾ। ਕਾਗਜ਼ ਲੈ ਤੇ ਆਪਣੇ ਵੇਸਕੋਟ ਦੀ ਅੰਦਰ ਵਾਲੀ ਜੇਬ ਦੇ ਵਿੱਚ ਪਾ ਕੇ ਤੇ ਉਹ ਘਰ ਨੂੰ ਟੁਰ ਆਏ, ਇਹ ਕਹਿ ਕੇ ਕਿ ਪਟਵਾਰੀ ਜੀ ਪਾਕਿਸਤਾਨ ਅਸੀਂ ਰਿਸ਼ਵਤ ਦੇਣ ਵਾਸਤੇ ਨਹੀਂ ਬਣਾਇਆ।
ਲਓ ਜੀ, ਉਹ ਕਾਗਜ਼ ਜਿਹੜੇ ਨੇ ਪੁਰਾਣੇ ਕਿਰਮ ਖੁਰਦਾ ਜਿਨ੍ਹਾਂ ਨੂੰ ਕਹਿੰਦੇ ਹੋ ਤੁਸੀਂ, ਉਹ ਫਟੇ ਪੁਰਾਣੇ, ਉਹ ਮੇਰੇ ਅੱਬਾ ਜੀ ਦੇ ਕੋਲ ਆ ਗਏ ਅਮਾਨਤ। ਠੀਕ। ਅੱਬਾ ਜੀ ਅੱਲਾ ਨੂੰ ਪਿਆਰੇ ਹੋਏ ਤੇ ਉਹ ਮੈਨੂੰ ਦੇ ਗਏ ਆਪਣੀ ਅਮਾਨਤ। ਮੈਂ ਆਪਣੇ ਪੁੱਤਰ ਨੂੰ ਦੇਖ ਕੇ ਤੇ ਇਸ ਦੁਨੀਆ ਤੋਂ ਟੁਰ ਜਾਣਾ ਜੇ, ਤੇ ਇੱਕ ਮਰਲਾ ਵੀ ਜ਼ਮੀਨ ਦਾ ਹਜੇ ਤੱਕ ਸਾਡੇ ਕੋਲ ਜ਼ਾਤੀ ਨਹੀਂ ਹੈ। ਅੱਛਾ, ਉਹ ਕਲੇਮ ਮੌਜੂਦ ਸੀ? ਉਹ ਕਲੇਮ ਮੌਜੂਦ ਸੀ, ਔਰ ਸਾਨੂੰ ਮਤਲਬ ਸਾਡੀ ਪਰਵਰਿਸ਼ ਤੇ ਜੀ ਇਹਨਾਂ ਬਜ਼ੁਰਗਾਂ ਨੇ ਕੀਤੀ। ਹਾਏ ਹਾਏ। ਤੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਉਹ ਲੋਕ ਜਿਨ੍ਹਾਂ ਨੇ ਝੂਠੀਆਂ ਕਸਮਾਂ ਖਾਧੀਆਂ, ਜਿਨ੍ਹਾਂ ਨੇ ਉਸ ਜ਼ਮਾਨੇ 'ਚ ਅੰਗਰੇਜ਼ ਦਾ ਸਾਥ ਦਿੱਤਾ, ਜਦੋਂ ਅੰਗਰੇਜ਼ ਨੇ ਕਿਹਾ ਸੀ ਕਿ ਘੋੜਾ ਦੌੜਾਓ, ਜਿੱਥੋਂ ਤਿੱਕਰ ਘੋੜਾ ਦੌੜੇਗਾ ਇਹ ਜ਼ਮੀਨ ਤੁਹਾਡੀ ਹੋ ਗਈ, ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਮੁਖਬਰੀਆਂ ਕਰ ਕਰਕੇ ਜੰਗੇ ਆਜ਼ਾਦੀ ਦੇ ਵਿੱਚ ਅੰਗਰੇਜ਼ ਦਾ ਸਾਥ ਦਿੱਤਾ, ਅੱਜ ਉਹੀ ਵੱਡੇ ਵਡੇਰੇ, ਉਹੀ ਵੱਡੇ ਮਤਲਬ ਨਵਾਬ, ਉਹੀ ਵੱਡੇ ਸਰਦਾਰ, ਉਹੀ ਵੱਡੇ ਕੁੱਤੇ ਨੂੰ ਹਾਲਣ ਵਾਲੇ ਜਿਹਨੂੰ ਕਹਿੰਦੇ ਹਾਲਣ ਵਾਲੇ ਜਿਹੜੇ ਸਨ, ਇਹ ਕਿਤਾਬਾਂ ਦੇ ਵਿੱਚ ਲਿਖਿਆ ਗਿਆ ਵੇ। ਔਰ ਤਾਰੀਖ ਭਰੀ ਪਈ ਹੈ ਉਹਨਾਂ ਲੋਕਾਂ ਦੇ ਨਾਲ ਕਿ ਜਿਨ੍ਹਾਂ ਨੇ ਉਸ ਵਕਤ ਆਪਣੇ ਆਪ ਨਾਲ, ਆਪਣੇ ਬਜ਼ੁਰਗਾਂ ਨਾਲ, ਬਜ਼ੁਰਗਾਂ ਦੀਆਂ ਰਿਵਾਇਤਾਂ ਨਾਲ ਗੱਦਾਰੀਆਂ ਕੀਤੀਆਂ, ਉਹਨਾਂ ਨੇ ਮੁਰਾਦ ਹਾਸਲ ਕੀਤੀਆਂ, ਔਰ ਉਹ ਅੱਜ ਉਹ ਵੱਡੇ ਬਣ ਕੇ ਤੇ ਬੈਠੇ ਨੇ। ਜਿੱਥੋਂ ਤੁਸੀਂ ਗੱਲ ਕੀਤੀ ਕਿ ਅਸੀਂ ਉਹਨਾਂ ਟਾਟਾਂ ਵਾਲੇ ਸਕੂਲਾਂ ਤੋਂ ਨਿਕਲ ਕੇ ਆਪਣੇ ਮੈਰਿਟ ਦੇ ਉੱਤੇ ਗਵਰਨਮੈਂਟ ਕਾਲਜ ਲਾਹੌਰ ਤੱਕ ਪਹੁੰਚ ਗਏ, ਤੇ ਮੇਰੇ ਬਹੁਤ ਸਾਰੇ ਸੰਗੀ ਦੋਸਤ ਉਸ ਜ਼ਮਾਨੇ ਦੇ ਵਿੱਚ ਲਤੀਫ ਸਾਹਿਬ ਐਸੇ ਸਨ ਜਿਹੜੇ ਵਾਕਈ ਗਰੀਬ ਘਰਾਣਿਆਂ ਦੇ ਸਨ। ਸਾਨੂੰ 1000 ਰੁਪਇਆ ਮਿਲਦਾ ਸੀ ਉਸ ਜ਼ਮਾਨੇ ਦੇ ਵਿੱਚ ਪੂਰਾ ਮਹੀਨਾ ਕੱਢਣ ਵਾਸਤੇ, 1992 93 94 ਦੀਆਂ ਗੱਲਾਂ ਜੇ। ਤੇ 1000 ਦੇ ਉੱਤੇ ਅਗਰ 100 ਰੁਪਇਆ ਚਾਹੀਦਾ ਹੁੰਦਾ ਸੀ ਤੇ ਸਾਨੂੰ 50 ਦਫਾ ਸੋਚਣਾ ਪੈਂਦਾ ਸੀ ਕਿ ਘਰ ਅਸੀਂ ਕਿੱਦਾਂ ਖਤ ਲਿਖ ਕੇ ਤੇ 100 ਰੁਪਇਆ ਵੱਧ ਮੰਗਾਈਏ ਕਿ ਅਗਲਾ ਪਿਛਲਾ ਘਾਟਾ ਪੂਰਾ ਹੋ ਜਾਏ। ਲੇਕਿਨ ਕੁਝ ਐਸੇ ਲੋਕ ਵੀ ਸਨ ਉੱਥੇ ਜਿਹੜੇ ਵੱਡੇ ਵੱਡੇ ਸਰਦਾਰਾਂ ਦੇ ਪੁੱਤਰ ਸਨ, ਪਾਕਿਸਤਾਨ ਭਰ ਚੋਂ ਆਏ ਹੋਏ, ਜਿਨ੍ਹਾਂ ਦੇ ਕੋਲ ਉਸ ਜ਼ਮਾਨੇ 'ਚ ਵੀ ਗੱਡੀਆਂ ਹੁੰਦੀਆਂ ਸਨ, ਜਿਹੜੇ ਉਸ ਜ਼ਮਾਨੇ ਤੇ ਵੀ ਕੰਟੀਨ ਤੇ ਮਤਲਬ ਇੱਕ ਮਤਲਬ ਬੈਠ ਕੇ ਖਾਣਾ ਖਾਂਦੇ ਸਨ ਤੇ 500 1000 ਰੁਪਇਆ ਉਸ ਵਕਤ ਲਗਾ ਦਿੰਦੇ ਸਨ, ਜਿਹੜਾ ਅੱਜ ਦਾ ਯਕੀਨਨ ਮਤਲਬ 50,000 ਐਸੇ ਹੀ ਹੋਏਗਾ। ਤੇ ਅਸੀਂ ਇਹ ਦੇਖਿਆ ਕਿ ਉਹਨਾਂ ਲੋਕਾਂ ਨੇ ਉਸ ਵਕਤ ਵੀ ਇਹ ਦਾਅਵੇ ਕੀਤੇ ਕਿ ਜਨਾਬ ਮੁਲਕ ਦੀ ਬਾਗਡੋਰ ਆਸਾਂ ਲੋਕਾਂ ਹੀ ਸਾਂਭਣੀ ਹੈ, ਤੁਸੀਂ ਕੀ ਚੀਜ਼ਾਂ ਹੋ। ਤੇ ਉਹਨਾਂ ਦੇ ਰਵੱਈਏ ਜਿਹੜੇ ਸਨ ਸਾਨੂੰ ਨਜ਼ਰ ਆਉਂਦੇ ਸਨ। ਅਸੀਂ ਜ਼ਿਆਦਾ ਤੋਂ ਜ਼ਿਆਦਾ ਉਸ ਵਕਤ ਕਲਮ ਚੁੱਕਦੇ ਸਨ, ਨਜ਼ਮ ਲਿਖ ਦਿੰਦੇ ਸਨ। ਤਾਂ ਉਹ ਜਿੱਦਾਂ ਆਜ਼ਮ ਮਲਕ ਕੁਰਾਨ ਨੇ ਲਿਖਿਆ ਸੀਗਾ ਕਿ ਨੇਰੇ ਦੇ ਵਿੱਚ ਜੁਗਨੂ ਚਮਕੇ, ਚਗਦਾ ਫਿਰੇ ਅੰਧੇਰੇ ਨੂੰ, ਕਮੀਆਂ ਦੇ ਪੁੱਤ ਬਸਤਾ ਫੜਿਆ, ਚੜਿਆ ਤਾਪ ਵਡੇਰੇ ਨੂੰ। ਇਹ ਉਸ ਜ਼ਮਾਨੇ 'ਚ ਸਾਡੇ ਯਾਰ ਨੇ ਆਜ਼ਮ ਮਲਕ ਕੋਰੀ, ਇਹ ਸਾਰੇ ਅਸੀਂ ਇਸ ਤਰ੍ਹਾਂ ਦੀਆਂ ਨਜ਼ਮਾਂ ਲਿਖਣੀਆਂ। ਮੈਂ ਇੱਕ ਨਜ਼ਮ ਅਹਿਸਾਸ ਲਿਖੀ ਜਿਹਨੂੰ ਗੋਲਡ ਮੈਡਲ ਮਿਲਿਆ ਉਸ ਜ਼ਮਾਨੇ ਦੇ ਵਿੱਚ। ਉਹ ਨਜ਼ਮ ਇਹੀ ਸੀ ਕਿ ਅਸੀਂ ਆਪਣੇ ख्वाब ਕਿੱਦਾਂ ਪੂਰੇ ਕਰੀਏ, ਕਿ ਅਹਿਸਾਸ ਦੇ ਵਿੱਚ ਸਾਡਾ ਅਹਿਸਾਸ ਹੀ ਮਾਰ ਦਿੱਤਾ ਲੋਕਾਂ ਨੇ ਕਿ ਅਸੀਂ ਕਿਸ ਤਰ੍ਹਾਂ ਦੂਸਰੇ ਦਾ ਅਹਿਸਾਸ ਕਰ ਸਕਦੇ ਹਾਂ। ਤੇ ਇਹ ਗੱਲ ਹੈ ਕਿ ਸਾਡੇ ਮਤਲਬ ਲੇਕਿਨ ਦੇਖਿਆ ਜਾਵੇ ਤੇ ਸਾਡੀਆਂ ਮਾਂ ਰਾਵੀ ਬੜਾ ਵੱਡਾ ਜਰੀਦਾ ਭਾਈ, ਉਹਦੀ ਵੀ ਕੋਈ ਗੱਲ ਸੁਣਾਣਾ ਸਾਨੂੰ। ਜੀ ਰਾਵੀ 'ਚ ਉਦੋਂ ਸਾਡੇ ਜ਼ਮਾਨੇ 'ਚ ਚੂੰਕਿ 2-3 ਸਾਲ ਅਸੀਂ ਗੁਜ਼ਾਰੇ ਗਵਰਨਮੈਂਟ ਕਾਲਜ 'ਚ, ਤੇ ਉਸ ਵਕਤ ਹਸਨ ਰਜ਼ਾ ਗੋਂਦਲ ਸਾਹਿਬ ਉਹਦੇ ਰਾਵੀ ਦੇ ਐਡੀਟਰ ਬਣੇ, ਡਾਕਟਰ ਖਾਲਿਦ ਸੰਜਰਾਨੀ ਸਾਹਿਬ ਮੁਲਤਾਨ ਤੋਂ ਸਨ, ਅੱਜ ਉਹ ਗਵਰਨਮੈਂਟ ਕਾਲਜ ਲਾਹੌਰ 'ਚ ਪੜ੍ਹਾਉਂਦੇ ਨੇ, ਉਹ ਉਸ ਵਕਤ ਐਡੀਟਰ ਬਣੇ। ਮੈਂ ਉਸ ਜ਼ਮਾਨੇ 'ਚ ਐਮ ਲਤੀਫ ਸਾਹਿਬ ਨਿਊ ਹੋਸਟਲ ਦਾ ਇੱਕ ਰਿਸਾਲਾ ਸੀ, ਉਹਦਾ ਨਾਂ ਸੀ ਪਤਰਸ, ਮੈਂ ਉਹਦਾ ਚੀਫ ਐਡੀਟਰ ਸਾਂ। ਔਰ ਮੁਖਤਲਿਫ ਸੁਸਾਇਟੀਆਂ ਦੇ ਵਿੱਚ ਪਤਰਸ ਬੁਖਾਰੀ ਸਾਹਿਬ ਤੋਂ, ਪਤਰਸ ਬੁਖਾਰੀ ਦੇ ਨਾਮ ਤੇ ਸੀ ਉਹ, ਅਸੀਂ ਜਰੀਦਾ ਕੱਢਿਆ ਔਰ ਬੜੇ ਅਰਸੇ ਬਾਅਦ ਉਹ ਬੰਦ ਪਿਆ ਸੀ, ਉਹਨੂੰ ਅਸੀਂ ਦੁਬਾਰਾ ਆ ਕੇ ਸ਼ੁਰੂ ਕੀਤਾ। ਫਿਰ ਪੰਜਾਬੀ ਮਜਲਿਸ ਇੱਕ ਹੁੰਦੀ ਸੀ, ਉਹਦੇ ਵਿੱਚ ਬੜੀ ਕਾਰਕਰਦਗੀ, ਮੈਂ ਉਸ ਜ਼ਮਾਨੇ 'ਚ ਪੰਜਾਬੀ ਨਜ਼ਮਾਂ ਵੀ ਕਹਿੰਦਾ ਸਾਂ, ਉਹ ਵੀ ਛਪਦੀਆਂ ਰਹੀਆਂ ਮੁਖਤਲਿਫ ਜਗ੍ਹਾ ਤੇ। ਸ਼ਕੀਲ ਤਾਹਿਰੀ ਇੱਕ ਪੰਜਾਬੀ ਦੇ ਬੜੇ ਵਧੀਆ ਸ਼ਾਇਰ ਸਨ, ਸਿੰਧ ਤੋਂ ਸਨ ਲੇਕਿਨ ਪੰਜਾਬ 'ਚ ਰਹਿੰਦੇ ਸਨ ਔਰ ਬੜੀ ਜ਼ਬਰਦਸਤ ਸ਼ਾਇਰੀ ਕਰਦੇ ਸਨ। ਮੁਨੀਰ ਨਿਆਜ਼ੀ ਹੋਰੀ ਉਹਨਾਂ ਨੂੰ ਈਦੀ ਭੇਜਦੇ ਹੁੰਦੇ ਸਨ 100 ਰੁਪਇਆ ਹਰ ਸਾਲ, ਇਤਨੇ ਉਹ ਪਿਆਰੇ ਸ਼ਾਇਰ ਸਨ। ਉਹਨਾਂ ਉੱਤੇ ਫਿਰ ਮੈਂ ਇੱਕ ਮਜ਼ਮੂਨ ਬੜਾ ਸ਼ੇਰ ਅਸਲ ਲਿਖਿਆ ਉੱਥੇ, ਜਿਹੜਾ ਕਿ ਰਾਵੀ ਦੇ ਵਿੱਚ ਛਪਿਆ। ਤੇ ਇੱਕ ਮਾਹੌਲ ਸੀ ਜਿਹਦੇ ਵਿੱਚ ਉਰਦੂ ਵੀ ਹੁੰਦਾ ਸੀ ਕੌਮੀ ਜ਼ੁਬਾਨ ਦੇ ਤੌਰ ਤੇ ਪੰਜਾਬੀ ਦੇ ਲੋਕ, ਪੰਜਾਬੀ ਮਜਲਿਸ ਬੋਲਣ ਵਾਲੇ ਮੁੰਡੇ ਕੁੜੀਆਂ, ਇਹ ਬਹੁਤ ਅੱਛਾ ਇੱਕ ਮਾਹੌਲ ਸੀ ਉੱਥੇ। ਸੂਫੀ ਤਬਸਮ ਦੇ ਬੂਟੇ ਲਾਏ ਸਨ ਸਾਰੇ। ਬਿਲਕੁਲ ਇਸੇ ਤਰ੍ਹਾਂ। ਲੇਕਿਨ ਬਾਅਦ ਦੇ ਵਿੱਚ ਜਿਸ ਟਾਈਮ ਹੁਣ ਅਸੀਂ ਦੇਖਦੇ ਹਾਂ ਗਵਰਨਮੈਂਟ ਕਾਲਜ 'ਚ ਵੀ ਜਾ ਕੇ ਦੇਖੀਏ ਤੇ ਇੱਕ ਖਾਸ ਕਿਸਮ ਦਾ ਮਾਹੌਲ ਹੈ ਜਿਹੜਾ ਕਿ ਅੰਗਰੇਜ਼ਾਂ ਤੋਂ ਮੁਤਾਸਰ, ਪੈਸੇ ਲੈ ਕੇ ਤਾਲੀਮ ਵਾਲੇ, ਨਾ ਉੱਥੇ ਲਿਬਾਸ ਦੀ ਕਿਸੇ ਨੂੰ ਮਤਲਬ ਹਿਆ ਰਹੀ ਕਿ ਸਾਡਾ ਮਸ਼ਰਕੀ ਲਿਬਾਸ ਕੀ ਸੀ, ਨਾ ਗੁਫ਼ਤਗੂ ਦਾ ਕੋਈ ਅਤਾ ਪਤਾ ਰਿਹਾ। ਨਤੀਜਾ ਇਹ ਨਿਕਲਿਆ ਕਿ ਅਸੀਂ ਇੱਕ ਕਿਸੇ ਪਿਟੇ ਜਿਹੇ ਮੁਅੱਲਕ ਜਿਹੀ ਕੌਮ ਬਣ ਗਏ, ਨਾ ਆਸਮਾਨ ਤੇ ਜਾ ਸਕੇ, ਨਾ ਅਸੀਂ ਜ਼ਮੀਨ ਦੇ ਉੱਤੇ ਆਪਣੇ ਪੈਰ ਟਿਕਾ ਸਕੇ। ਹੁਣ ਇਹ ਵੇਖ ਕੇ ਇਹਦੇ ਪਿੱਛੇ ਮੈਂ ਜੋ ਸਮਝਦਾ ਹਾਂ ਇਹ ਵੇਖ ਕੇ 190 ਸਾਲ ਦੀ ਜਿਹੜੀ ਗੁਲਾਮੀ ਹੈ ਨਾ ਜੀ, ਉਹ ਸਾਡੀਆਂ ਰਗਾਂ ਦੇ ਵਿੱਚ ਬਿਠਾ ਦਿੱਤੀ ਗਈ ਜਦੋਂ ਇਹ ਅੰਗਰੇਜ਼ ਨੇ ਨਾਰਾ ਲਾਇਆ ਸੀ ਕਿ ਪੜੋ ਫਾਰਸੀ ਤੇ ਵੇਚੋ ਤੇਲ। ਹੁਣ ਦੇਖਿਆ ਜਾਵੇ ਤੇ ਪੰਜਾਬ, ਪੰਜਾਬੀ, ਇਹ ਫਾਰਸੀ ਤੋਂ ਨਿਕਲੀ, ਬਿਲਕੁਲ ਫਾਰਸੀ ਤੋਂ, ਇਹਦੀ ਓਰੀਜਨ ਫਾਰਸੀ ਹੈ, ਪੰਜਾਂ ਦਰਿਆਵਾਂ ਦੀ। ਔਰ ਪੰਜਾਬੀ ਦੇ ਬੇਸ਼ਤਰ ਲਫ਼ਜ਼ ਜਿਹੜੇ ਨੇ ਫਾਰਸੀ ਤੋਂ ਨੇ। ਇਸ ਵਾਸਤੇ ਇਹ ਸਾਡੀਆਂ ਜ਼ੁਬਾਨਾਂ ਤੇ ਇਹ ਸਨ ਜਿਹੜੀਆਂ ਮਸ਼ਰਕੀ ਸਨ, ਔਰ ਪੰਜਾਬੀ ਕਿਉਂਕਿ ਸਾਡੀ ਮਾਂ ਬੋਲੀ ਸੀ ਹਿੰਦੁਸਤਾਨ ਦੇ ਵਿੱਚ ਔਰ ਇਸ ਬਰਰੇ ਸਗੀਰ ਦੇ ਵਿੱਚ, ਲਿਹਾਜ਼ਾ ਮੈਂ ਸਮਝਦਾ ਕਿ ਬੱਚੇ ਨੂੰ ਅਗਰ ਤਾਲੀਮ ਦੇਣੀ ਹੈ ਤੇ ਤਹਿਕੀਕ ਇਹ ਵੇ ਕਿ ਆਪਣੀ ਮਾਦਰੀ ਜ਼ੁਬਾਨ ਦੇ ਵਿੱਚ, ਮਾਂ ਬੋਲੀ ਦੇ ਵਿੱਚ ਜਿਹੜੀ ਤਾਲੀਮ ਔਰ ਫਨੂਨ ਉਹ ਹਾਸਲ ਕਰ ਸਕਦਾ ਨਾ, ਉਹ ਕਿਸੇ ਹੋਰ ਜ਼ੁਬਾਨ 'ਚ ਨਹੀਂ ਕਰ ਸਕਦਾ। ਅਗਰ ਤੁਸੀਂ ਕਿਸੇ ਵਿਦੇਸ਼ੀ ਜ਼ੁਬਾਨ ਦੇ ਵਿੱਚ ਉਹਨੂੰ ਤਾਲੀਮ ਦੇਣਾ ਚਾਹੋਗੇ ਤਾਂ ਉਹਨੂੰ ਦੋਹਰਾ ਮਸਲਾ ਹੋ ਜਾਏਗਾ। ਨੰਬਰ 1 ਕਿ ਉਹਨੇ ਉਹ ਮਜ਼ਮੂਨ ਪੜ੍ਹਨਾ ਹੈ,
ਫਿਜ਼ਿਕਸ ਹੈ ਜਾਂ ਅੱਛਾ ਕੈਮਿਸਟਰੀ ਹੈ ਤੁਸੀਂ ਜਾਂ ਮੈਨੂੰ MBBS ਦੱਸੋ ਨਾ, ਤੁਸੀਂ ਰੂਸ ਵਾਲਿਆਂ ਨਾਲੋਂ ਵੱਡੇ ਹੋ, ਚੀਨ ਵਾਲਿਆਂ ਨਾਲੋਂ ਵੱਡੇ ਹੋ, ਜਾਪਾਨੀਆਂ ਨਾਲੋਂ ਵੱਡੇ ਹੋ, ਫਰਾਂਸੀਆਂ ਨਾਲੋਂ ਵੱਡੇ ਹੋ, ਕੌਣ ਹੋ ਤੁਸੀਂ? ਬਿਲਕੁਲ ਤੁਸੀਂ ਸਹੀ ਕਿਹਾ। ਮੈਂ ਤੁਹਾਨੂੰ ਗਵਰਨਮੈਂਟ ਕਾਲਜ ਦਾ ਇੱਕ ਵਾਕਿਆ ਸੁਣਾਉਣਾ ਕਿ ਗਵਰਨਮੈਂਟ ਕਾਲਜ ਦੇ ਵਿੱਚ ਇੱਕ ਦਫਾ ਈਰਾਨ ਦੇ ਕੌਂਸਲੇਟ ਜਨਰਲ ਆ ਗਏ। ਠੀਕ। ਉਹਨਾਂ ਨੇ ਆ ਕੇ ਗੁਫ਼ਤਗੂ ਕਰਨੀ ਸੀ ਸਾਡੇ ਨਾਲ, ਤੇ ਅਸੀਂ ਬੈਠੇ ਸਾਂ ਤੇ ਫਜ਼ਲੇ ਹੁਸੈਨ ਰੀਡਿੰਗ ਰੂਮ ਸੀ ਉੱਥੇ ਇੱਕ ਬੜਾ ਜ਼ਬਰਦਸਤ ਰਾਬੀ ਦੇ ਦਫ਼ਤਰ ਦੇ ਨਾਲ। ਉਹਨਾਂ ਨੇ ਜਦੋਂ ਤਕਰੀਰ ਸ਼ੁਰੂ ਕੀਤੀ ਤੇ ਉਹ ਫਾਰਸੀ ਬੋਲਣ, ਤੇ ਉਹਨਾਂ ਦਾ ਤਰਜਮਾ ਕਰਨ ਵਾਸਤੇ ਇੱਕ ਟਰਾਂਸਲੇਟਰ ਸੀ ਜਿਹੜਾ ਕਿ ਅੰਗਰੇਜ਼ੀ ਟਰਾਂਸਲੇਸ਼ਨ ਕਰਦਾ ਸੀ, ਤੇ ਸਾਨੂੰ ਫਾਰਸੀ ਤੇ ਬਿਲਕੁਲ ਨਹੀਂ ਸੀ ਉਸ ਜ਼ਮਾਨੇ 'ਚ ਸਮਝ ਆ ਰਹੀ ਹੁੰਦੀ, ਉਹ ਬੜੀ ਤੇਜ਼ ਬੋਲਦੇ ਸਨ ਤੇ ਅੰਗਰੇਜ਼ੀ ਟੁੱਟੀ ਭੱਜੀ ਸਮਝ ਆ ਜਾਂਦੀ ਸੀ, ਤੇ ਉਹ ਅਸੀਂ ਸੁਣਦੇ ਰਹੇ। ਇੱਕ ਵਕਤ ਆਇਆ ਕਿ ਉਹ ਟਰਾਂਸਲੇਟਰ ਨੇ ਕਿਹਾ ਜੀ ਸੌਰੀ ਆਈ ਕਾਂਟ ਟਰਾਂਸਲੇਟ ਇਟ, ਇਹ ਤੁਸੀਂ ਬਹੁਤ ਮੁਸ਼ਕਿਲ ਫਾਰਸੀ ਬੋਲ ਰਹੇ ਹੋ ਤੇ ਮੈਂ ਇਹਦਾ ਤਰਜਮਾ ਨਹੀਂ ਕਰ ਮੈਨੂੰ ਨਹੀਂ ਸਕਦਾ। ਸਮਝ ਆਉਂਦੀ ਪਈ। ਲਓ ਜੀ, ਤੁਸੀਂ ਅਹਿਮਦ ਲਤੀਫ ਸਾਹਿਬ ਇਸ ਗੱਲ ਨੂੰ ਜ਼ਰਾ ਸੋਚੋ ਕਿ ਉਸ ਵਕਤ ਉਹ ਜਿਹੜੇ ਉੱਥੇ ਸਦਰੇ ਸ਼ੋਬਾ ਫਾਰਸੀ ਸਨ ਨਾ ਜੀ, ਉਹਨਾਂ ਦਾ ਨਾਂ ਸੀ ਡਾਕਟਰ ਜ਼ਹੀਰ ਸਿੱਦੀਕੀ। ਠੀਕ। ਉਹ ਆਕਾਏ ਸਿੱਦੀਕੀ ਮਸ਼ਹੂਰ ਸਨ ਈਰਾਨ 'ਚ। ਉਹਨਾਂ ਨੂੰ ਜਨਾਬ ਉਹਨਾਂ ਨੇ ਕਿਹਾ ਮੈਂ ਤਰਜਮਾ ਕਰਦਾ। ਇੱਕ ਉਹਨਾਂ ਨੇ ਜਿਸ ਟਾਈਮ ਫੇਰ ਫਾਰਸੀ ਬੋਲਣਾ ਸ਼ੁਰੂ ਕੀਤੀ, ਇਹਨਾਂ ਨੇ ਉਰਦੂ 'ਚ ਤਰਜਮਾ ਸ਼ੁਰੂ ਕੀਤਾ, ਤੇ ਇੱਕ ਮੌਕਾ ਆਇਆ ਸਿੱਦੀਕੀ ਸਾਹਿਬ ਕਹਿੰਦੇ ਕਿ ਜਨਾਬ ਤੁਸੀਂ ਵੀ ਬਹੁਤ ਤੇਜ਼ ਫਾਰਸੀ ਬੋਲ ਰਹੇ ਹੋ, ਜਦੀਦ ਫਾਰਸੀ, ਤੇ ਮੈਂ ਨਹੀਂ ਜਲਦੀ ਤਰਜਮਾ ਨਹੀਂ ਕਰ ਸਕਦਾ। ਉਸ ਜਵਾਨ ਅਸੀਂ ਸਾਰਾ ਉੱਥੇ ਡੈਡਲੌਕ ਹੋ ਗਿਆ, ਸਾਰੇ ਲੋਕ ਕਹਿਣ ਕਿ ਹੁਣ ਕੀ ਬਣੇਗਾ। ਉਸ ਬੰਦੇ ਨੇ ਕੀਤਾ ਕਿ ਉਹਨੇ ਕਿਹਾ ਓਕੇ ਨਾਓ ਆਈ ਐਮ ਟ੍ਰਾਈਂਗ ਟੂ ਸਪੀਕ ਇੰਗਲਿਸ਼। ਉਸਨੇ ਫਿਰ ਇੰਗਲਿਸ਼ 'ਚ ਬੋਲਣਾ ਸ਼ੁਰੂ ਕੀਤਾ। ਅਸੀਂ ਕਿਹਾ ਯਾਰ ਤੈਨੂੰ ਅੰਗਰੇਜ਼ੀ ਆਂਦੀ ਹੈ ਤੇ ਤੂੰ ਇੰਨੇ ਮਤਲਬ ਲੋਕਾਂ ਨੂੰ ਕਿਉਂ ਪਾਇਆ? ਉਹਨੇ ਕਿਹਾ ਮੈਂ ਕਿਉਂ ਦੂਸਰਿਆਂ ਦੀ ਜ਼ੁਬਾਨ ਬੋਲਾਂ, ਫਾਰਸੀ ਮੇਰੀ ਜ਼ੁਬਾਨ ਹੈ, ਜਿਹਨੂੰ ਸਮਝ ਨਾ ਉਹ ਤਰਜਮਾ ਕਰ ਲੈ, ਜੇ ਵਰਨਾ ਫਾਰਸੀ ਨੂੰ ਸਮਝੋ। ਮੈਂ ਤੇ ਆਪਣੀ ਜ਼ੁਬਾਨ ਬੋਲਾਂ, ਮੈਂ ਤੇ ਆਪਣੀ ਜ਼ੁਬਾਨ ਬੋਲਣੀ, ਮੈਨੂੰ ਕੀ ਜ਼ਰੂਰਤ ਹੈ ਕਿ ਮੈਂ ਅੰਗਰੇਜ਼ ਦੀ ਜ਼ੁਬਾਨ ਬੋਲਾਂ। ਹੁਣ ਉਹਨਾਂ ਦਾ MBBS ਹੋਵੇ ਤੇ ਉਹ ਵੀ ਉਹਨਾਂ ਦੀ ਜ਼ੁਬਾਨ 'ਚ ਹੈ। ਚਾਈਨਾ ਚਲੇ ਜਾਓ ਚੀਨੀ ਬੋਲਦੇ ਨੇ, ਫਰਾਂਸ ਚਲੇ ਜਾਓ ਫਰਾਂਸੀਸੀ ਬੋਲਦੇ ਨੇ। ਅਹਿਮਦ ਲਤੀਫ ਸਾਹਿਬ, ਅਲਾਮਾ ਇਕਬਾਲ ਜਿਸ ਟਾਈਮ ਜਰਮਨੀ ਗਏ ਸਨ ਤੇ ਉਹਨਾਂ ਨੇ ਜਾ ਕੇ ਉੱਥੇ ਦਾਖਲਾ ਲੈਣਾ ਚਾਹਿਆ ਸੀ PhD ਦੇ ਵਿੱਚ, ਤੇ ਉਹਨਾਂ ਨੂੰ ਪੁੱਛਿਆ ਸੀ ਮਿਊਨਿਖ ਯੂਨੀਵਰਸਿਟੀ ਵਾਲਿਆਂ ਨੇ ਕਿ ਕਿਆ ਆਪਕੋ ਜਰਮਨ ਆਤੀ ਹੈ? ਤਾਂ ਅਲਾਮਾ ਇਕਬਾਲ ਨੇ ਇਨਕਾਰ ਕੀਤਾ ਕਿ ਮੈਨੂੰ ਜਰਮਨ ਨਹੀਂ ਆਉਂਦੀ, ਤੇ ਫਿਰ ਉਹਨਾਂ ਨੂੰ ਪ੍ਰੋਫੈਸਰ ਆਰਨਲਡ ਦੀ ਮਦਾਖਲਤ ਦੇ ਨਾਲ ਉਹਨਾਂ ਨੂੰ ਦਾਖਲਾ ਤੇ ਮਿਲ ਗਿਆ। ਲੇਕਿਨ ਸ਼ਰਤ ਇਹ ਰੱਖੀ ਸੀ, ਜਦੋਂ ਉਹਨਾਂ ਨੇ ਥੀਸਿਸ ਲਿਖਿਆ ਦੀ ਡਿਵੈਲਪਮੈਂਟ ਆਫ ਮੈਟਾਫਿਜ਼ਿਕਸ ਇਨ ਪਰਸ਼ੀਆ ईरान में माबादुत तबीयात का इर्तिका, तो शर्त ऐसी कि वाइवा दोगे तो जर्मन जुबान चोना है। अलामा इकबाल ਨੂੰ ਜਰਮਨ ਸਿੱਖਣੀ ਪਈ ਸੀ। ਕੌਮਾਂ ਤੇ ਜਨਾਬ ਇਦਾਂ ਬਣਦੀਆਂ ਨੇ, ਲਿਬਾਸ ਆਪਣਾ ਹੋਵੇ, ਜ਼ੁਬਾਨ ਆਪਣੀ ਹੋਵੇ, ਰਹਿਤਲ ਆਪਣੀ ਹੋਵੇ, ਜਿਹੜੀ ਇਹ ਤੁਹਾਡਾ ਨਿਜ਼ਾਮੇ ਜ਼ਿੰਦਗੀ ਸੋਚਣ ਦਾ ਅੰਦਾਜ਼, ਤੁਹਾਡਾ ਲਾਸ਼ਊਰ ਆਪਣਾ ਹੋਵੇ, ਤੇ ਫਿਰ ਤੁਸੀਂ ਡੈਫੀਨਿਟਲੀ ਅਸੀਂ ਆਜ਼ਾਦ ਕੌਮ ਕਿਵੇਂ ਬਣਾਂਗੇ? ਔਰ ਅਸੀਂ ਜਿਹੜੀ ਆੜ ਲੈ ਕੇ ਕੰਮ ਕਰਨੇ ਆ, ਮਜ਼ਹਬੀ, ਮਸਲਕੀ, ਲਿਸਾਨੀ, ਇਹ ਜਿਹੜੀ ਅਸੀਂ ਸਿਆਸਤ ਪੇ ਕਰਨੇ ਆ, ਇਹ ਆੜ ਜਿਹੜੀ ਹੈ ਇਹ ਧੋਖਾਦਹੀ ਹੈ। ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਲਤੀਫ ਸਾਹਿਬ, ਮਸਲਾ ਹੈ ਕਿ ਅਸੀਂ ਅਗਰ ਆਪਣੀ ਮਾਦਰੀ ਜ਼ੁਬਾਨਾਂ ਬੋਲੀਏ ਨਾ ਜੀ ਘਰਾਂ ਦੇ ਵਿੱਚ, ਔਰ ਸਾਡੇ ਬੱਚੇ ਵੀ ਉਹ ਬੋਲਣ ਔਰ ਸਿੱਖਣ, ਬਦਕਿਸਮਤੀ ਨਾਲ ਪੰਜਾਬੀ ਦੇ ਨਾਲ ਹੱਥ ਹੋਇਆ ਜੇ ਜੀ। ਇੱਕ ਵਕਫਾ ਲੈ ਲਈਏ ਅਸੀਂ ਤੇ ਫਿਰ ਉਸ ਤੋਂ ਬਾਅਦ ਆਗਨੇ ਆ ਜੀ। ਵੈਲਕਮ ਬੈਕ ਜੀ ਅਤਰ ਸਾਹਿਬ। ਅੱਛਾ, ਗੱਲ ਹੋ ਰਹੀ ਸੀ ਕਿ ਜਦੋਂ ਅਸੀਂ ਪੰਜਾਬੀ ਦੇ ਨਾਲ ਅਸੀਂ ਹੱਥ ਇਸ ਤਰ੍ਹਾਂ ਹੋਇਆ ਵੇ ਕਿ ਤੁਸੀਂ ਸਿੰਧ 'ਚ ਚਲੇ ਜਾਓ, ਮੈਂ ਦੇਖਿਆ ਹੈ ਕਿ ਸਿੰਧ ਦੇ ਵਿੱਚ ਸੜਕਾਂ ਦੇ ਨਾਮ ਵੀ ਸਿੰਧੀ ਜ਼ੁਬਾਨ 'ਚ ਲਿਖੇ ਨੇ। ਬਲੋਚਿਸਤਾਨ ਮੈਂ ਸਲਾਮ ਕਰਨਾ ਸਿੰਧੀਆਂ ਨੂੰ ਭਾਈ। ਹਾਂਜੀ, ਕੋਇਟੇ 'ਚ ਚਲੇ ਜਾਓ ਤੇ ਉੱਥੇ ਬਲੋਚੀ ਤੇ ਬਰਾਹਵੀ ਜ਼ੁਬਾਨ ਜਿਹੜੀ ਹੈ ਉਹਦੇ ਵਿੱਚ ਮੈਂ ਬੋਰਡ ਦੇਖੇ ਨੇ ਲਿਖੇ ਹੋਏ, ਸੜਕਾਂ ਦੇ ਨਾਮ ਜਿਹੜੇ ਨੇ ਉਹ ਉਹਨਾਂ ਨੇ ਆਪਣੀ ਜ਼ੁਬਾਨਾਂ 'ਚ ਲਿਖੇ ਨੇ। ਈਵਨ ਖੈਬਰ ਪਖਤੂਨਖਵਾ 'ਚ ਛੋਟੇ ਛੋਟੇ ਬੱਚੇ ਪਸ਼ਤੋ ਬੋਲਦੇ ਨੇ, ਉਹ ਪਸ਼ਤੋ ਬੋਲ ਰਹੇ ਨੇ ਤੇ ਸਾਨੂੰ ਸੋਹਣੇ ਵੀ ਲੱਗ ਰਹੇ ਹੁੰਦੇ ਨੇ। ਲੇਕਿਨ ਦੇਖੋ ਜੀ ਸਾਡੇ ਨਾਲ ਹੱਥ ਕੀ ਹੈ ਕਿ ਸਾਡੇ ਤਾਲੀਮੀ ਇਦਾਰੇ ਜਿਹੜੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਉਹ ਇਤਨਾ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਕਰ ਰਹੇ ਨੇ ਕਿ ਉਹ ਅਗਰ ਬੱਚਾ ਮਹਿਮਾਨ ਦੇ ਸਾਹਮਣੇ ਪੰਜਾਬੀ ਬੋਲੇ ਤੇ ਮਾਂ-ਬਾਪ ਦੀ ਵੀ ਬੇਇੱਜ਼ਤੀ ਹੋ ਗਈ, ਮਾਂ-ਬਾਪ ਵੀ ਉਹਨੂੰ ਝਾੜਨਗੇ, ਉਸਤਾਦ ਵੀ ਝਾੜਨਗੇ ਅਗਰ ਪੰਜਾਬੀ ਬੋਲਿਆ ਜਾਏਗਾ ਸਕੂਲ ਦੇ ਵਿੱਚ। ਔਰ ਅਗਰ ਉਹ ਟਵਿੰਕਲ ਟਵਿੰਕਲ ਲਿਟਲ ਸਟਾਰ ਹਾਊ ਆਈ ਵੰਡਰ ਵਾਟ ਯੂ ਆਰ ਪ੍ਰਾਹੁਣਿਆਂ ਨੂੰ ਸੁਣਾਏਗਾ ਤੇ ਪ੍ਰਾਹੁਣਾ ਵੀ ਜਨਾਬ 100 ਦਾ ਨੋਟ ਕੱਢ ਕੇ ਦੇਗਾ। ਜਦੋਂ ਮਾਂ ਬੋਲੀ ਬੋਲਣ ਤੇ ਤੁਹਾਨੂੰ ਚੰਡ ਪੈਂਦੀ ਹੈ ਆਪਣੀ ਬੇਬੇ ਵੱਲੋਂ ਤੇ ਰੌਲਾ ਹੀ ਪੈ ਜਾਂਦਾ ਨਾ ਜੀ। ਜੀ। ਹੁਣ ਇਹ ਦੇਖੋ ਕਿ ਕਿਤਨੀ ਵੱਡੀ ਇੱਕ ਕਹਿ ਲਓ ਨਾਇਨਸਾਫੀ ਹੈ ਕਿ ਪੰਜਾਬੀਆਂ ਨੂੰ ਪੰਜਾਬੀ ਤੋਂ ਦੂਰ ਕਰਨ ਦਾ। ਔਰ ਤੁਸੀਂ ਹੈਰਾਨ ਹੋਵੋਗੇ ਕਿ ਸਾਰੇ ਹੀ ਸੂਬਿਆਂ ਦੇ ਵਿੱਚ ਜਿਹੜੀ ਪ੍ਰਾਇਮਰੀ ਤਾਲੀਮ ਹੈ ਉਹਦੇ ਵਿੱਚ ਉਹਨਾਂ ਨੇ ਆਪਣੀ ਸੂਬਾਈ ਜ਼ੁਬਾਨਾਂ ਨੂੰ, ਜਿਹੜੀ ਇਲਾਕਾਈ ਜ਼ੁਬਾਨਾਂ ਨੇ, ਉਹਨਾਂ ਦੇ ਮਜ਼ਾਮੀਨ ਰੱਖੇ ਨੇ। ਪੰਜਾਬੀ ਵਾਹਿਦ ਇੱਕ ਜ਼ੁਬਾਨ ਹੈ ਜਿਹਨੂੰ ਕਿ ਪ੍ਰਾਇਮਰੀ ਸਤ੍ਹਾ ਤੇ ਨਹੀਂ ਪੜਾਇਆ ਜਾ ਰਿਹਾ। ਔਰ ਜਿਹਦਾ ਨੁਕਸਾਨ ਕੀ ਹੁੰਦਾ ਵੇ ਕਿ ਜਿਉਂ-ਜਿਉਂ ਬੱਚਾ ਬਾਲ ਵੱਡਾ ਹੁੰਦਾ ਜਾਂਦਾ ਹੈ ਉਹਨਾਂ ਦੇ ਉਹ ਪੰਜਾਬੀ ਤੋਂ ਦੂਰ ਹੁੰਦਾ ਜਾਂਦਾ ਹੈ। ਪੰਜਾਬੀ ਕਿਸੇ ਲੈਵਲ ਤੇ ਪੜ੍ਹਾਈ ਨਹੀਂ ਗਈ, ਉਹਨੂੰ ਉਜਾੜ ਔਰ ਜਾਹਿਲ ਸਮਝਿਆ ਗਿਆ ਕਿ ਜ਼ੁਬਾਨ ਬੋਲਣ ਵਾਲੇ ਨੂੰ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਹਜ਼ਰਤ ਸੁਲਤਾਨ ਬਾਹੂ
बुल्ले शाह आहा। और मतलब वारिस शाह शाह हुसैन, और शाह हुसैन मियां मोहम्मद बख्श, और कितने जितने लोग ਵੱਡੇ ਵੱਡੇ ਨਾਮ ਨੇ ਉਹਨਾਂ ਦੀ ਜ਼ੁਬਾਨ ਬੋਲਣ ਵਾਲਾ ਜਾਹਿਲ ਕਿਸ ਤਰ੍ਹਾਂ ਹੋ ਸਕਦਾ ਹੈ ਇਹਦਾ ਜਵਾਬ ਕੋਈ ਨਹੀਂ ਕਿਸੇ ਅੱਛਾ ਕੋਲ। ਮੈਂ ਤੁਹਾਨੂੰ ਦੱਸਾਂ ਇੱਕ ਗੱਲ, ਚੰਗੀ ਗੱਲ ਕੀਤੀ ਤੁਸੀਂ। ਮੈਂ ਮੁਸਤਨਸਰ ਹੁਸੈਨ ਤਾਰਨ ਨੂੰ ਇੰਟਰਵਿਊ ਕੀਤਾ ਜੀ। ਮੈਂ ਜਲਵਾ ਇੱਕ ਅਮੀਦ ਅਖਤਰਾਂ ਦਾ ਪਰਚਾ ਸੀ, ਮੈਂ ਉਹਦਾ ਐਸੋਸੀਏਟ ਐਡੀਟਰ ਸਾਂ, ਸ਼ੋਬਿਜ਼ ਮੈਗਜ਼ੀਨ ਸੀ, ਲੇਕਿਨ ਉਹਦੇ 'ਚ ਅਸੀਂ ਜਿਹੜੇ ਨਾ ਜ਼ਰਾ ਤਰੱਕੀ ਪਸੰਦੀ ਜਿਹੜੀ ਔਜ਼ਾਰੀ ਸਾਡਾ ਮਸਲਾ ਸੀ। ਮੈਂ ਉਹਨੂੰ ਪੁੱਛਿਆ ਜੀ ਹਾਂ ਜੀ ਇਹ ਤੁਸੀਂ ਕਿਉਂ ਲਿਖਦੇ ਹੋ ਉਰਦੂ 'ਚ? ਆਦਾ ਅੱਜ ਪੰਜਾਬੀ ਨਾਲ ਮੇਰਾ ਰਿਜ਼ਕ ਜੋੜ ਦਿਓ, ਰੱਬ ਦੀ ਸਹੁੰ ਉਰਦੂ ਲਿਖਣੀ ਛੋੜ ਦਿਆਂਗਾ। ਦੇਖੋ ਨਾ ਹੁਣ ਕੈਸੀ ਉਹਨਾਂ ਨੇ ਗੂੜੀ ਗੱਲ ਕੀਤੀ ਹੈ ਔਰ ਸੱਚਾਈ ਉਹਨਾਂ ਨੇ ਬਿਆਨ ਕੀਤੀ ਹੈ ਕਿ ਸਾਨੂੰ ਪੰਜਾਬੀ ਲਿਖ ਕੇ ਜਾਂ ਪੰਜਾਬੀ ਬੋਲ ਕੇ ਜਾਂ ਪੰਜਾਬੀ ਪੜ੍ਹ ਕੇ ਲੱਭਦਾ ਕੀ ਪਿਆ। ਹਾਂ ਪਿੰਡੀ ਦੇਖ ਲਓ, ਅਸੀਂ ਹੁਣ ਪਿੰਡੀ ਇਸਲਾਮਾਬਾਦ 'ਚ ਬੈਠੇ ਹਾਂ, ਪਿੰਡੀ ਇਸਲਾਮਾਬਾਦ ਦਾ ਕੋਈ ਅਦਾਰਾ ਐਸਾ ਨਹੀਂ ਜਿੱਥੇ ਐਮਏ ਪੰਜਾਬੀ ਜਾਂ ਮਤਲਬ ਕੋਈ ਪ੍ਰੋਫੈਸਰ ਜਾਂ ਟੀਚਰ ਹੋਵੇ ਅਪਾਇੰਟਡ, ਕਿਉਂਕਿ ਕਲਾਸਾਂ 'ਚ ਇਦਾਰਿਆਂ 'ਚ ਸਕੂਲਾਂ 'ਚ ਕਾਲਜਾਂ 'ਚ ਪੜ੍ਹਾਇਆ ਨਹੀਂ ਜਾ ਰਿਹਾ ਕੁਝ ਵੀ। ਔਰ ਇਹ ਨਤੀਜਾ ਹੈ ਕਿ ਸਾਡੇ ਲੋਕ ਜਿਹੜੇ ਨੇ ਉਹ ਪੰਜਾਬੀ ਤੋਂ ਦੂਰ ਹੋਏ ਔਰ ਆਪਣੀ ਜ਼ੁਬਾਨ ਤੋਂ ਜਿਹੜਾ ਬੰਦਾ ਦੂਰ ਹੋ ਜਾਂਦਾ ਵੇ ਉਹ ਫਿਰ ਕਿਸ ਤਰ੍ਹਾਂ ਅੱਗੇ ਵੱਧ ਸਕਦਾ। ਅੱਛਾ ਸਿੰਧੀਆਂ ਨੇ ਰਿਜ਼ਕ ਜੋੜਿਆ ਇਹਦੇ ਨਾਲ। ਮੈਂ ਜਿਸ ਅਦਾਰੇ 'ਚ ਕੰਮ ਕਰਦਾ ਸਾਂ ਕੁਝ ਅਰਸਾ ਪਹਿਲਾਂ, ਉਹਨਾਂ ਬੜਾ ਕੋਸ਼ਿਸ਼ ਕੀਤੀ ਉੱਥੋਂ ਉਰਦੂ ਅਖਬਾਰ ਕੱਢਣ ਦੀ ਸਿੰਧ ਦੇ ਅੰਦਰੋਂ, ਲੇਕਿਨ ਉਹ ਨਹੀਂ ਚੱਲਿਆ। ਤੇ ਫਿਰ ਉਹਨਾਂ ਐਕਸਪ੍ਰੈਸ ਸਿੰਧੀ ਕੱਢਿਆ ਤੇ ਤਾਂ ਉਹ ਚੱਲਿਆ, ਕਿਉਂਕਿ ਉਹ ਕੋਈ ਨਾ ਕੋਈ ਪੜ ਅਸਲ ਤੇ ਮਾਰਕੀਟ ਦਾ ਰੌਲਾ ਹੈ ਨਾ, ਤਲਬ ਤੇ ਰਸਦ ਦਾ ਰੌਲਾ ਹੈ। ਇੱਕ ਸ਼ੈ ਵਿਕਦੀ ਨਹੀਂ ਤਾਂ ਕਿਸ ਤਰ੍ਹਾਂ ਉਹਨਾਂ ਚਲਾਣੀ ਹੈ। ਉਹਨਾਂ ਰਿਜ਼ਕ ਜੋੜ ਦਿੱਤਾ ਸਿੰਧੀ ਨਾਲ ਤੇ ਐਡਾ ਵੱਡਾ ਪੰਜਾਬ ਤੇ ਇੱਕ ਸੱਜਣ ਜਿਹੜਾ ਉਹ ਅਸੀਂ ਪਾਲ ਨਹੀਂ ਸਕੇ, ਉਹ ਸੱਜਣ ਬੰਦ ਹੋ ਗਿਆ। ਤੇ ਤੁਸੀਂ ਕੀ ਕਹਿੰਦੇ ਹੋ, ਇਹ ਜ਼ੁਲਮ ਅਸੀਂ ਆਪੇ ਨਹੀਂ ਕਰਦੇ ਪਏ? ਨਹੀਂ ਬਿਲਕੁਲ, ਅਸੀਂ ਆਪ ਆਪਣੇ ਹੱਥੀਂ ਸਾਰਾ ਜ਼ੁਲਮ ਕਰ ਰਹੇ ਹਾਂ ਔਰ ਸਾਨੂੰ ਮਤਲਬ ਅਹਿਸਾਸ ਨਹੀਂ ਹੋ ਰਿਹਾ ਕਿ ਅਸੀਂ ਕਿਤਨੇ ਮਤਲਬ ਨਾਇਨਸਾਫੀ ਕਰ ਰਹੇ ਹਾਂ ਅੱਗੇ ਆਉਣ ਵਾਲੀ ਨਸਲ ਨਾਲ ਔਰ ਆਪਣੀ ਜ਼ੁਬਾਨ ਦੇ ਨਾਲ। ਕਿ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਇਹ ਬੋਲਣਾ ਨਹੀਂ ਸਿਖਾਓਗੇ ਨਾ, ਮੀਡੀਆ ਦੇ ਉੱਤੇ ਕਿਤਨੇ ਚੈਨਲ ਨੇ ਜਿਹੜੇ ਪੰਜਾਬੀ ਜ਼ੁਬਾਨ ਦੇ ਪ੍ਰੋਗਰਾਮ ਕਰ ਰਹੇ ਨੇ। ਕਿਸੇ ਜ਼ਮਾਨੇ ਦੇ ਵਿੱਚ ਪੀਟੀਵੀ ਇਹ ਕੰਮ ਕਰਦਾ ਹੁੰਦਾ ਸੀ ਕਿ ਪੰਜਾਬੀ ਦੇ ਦਿਲਦਾਰ ਪਰਵੇਜ਼ ਪੱਟੀ ਹੋਰੀ ਪ੍ਰੋਗਰਾਮ ਪੰਜ ਨਾਲ ਦਾ ਮੇਲਾ ਅਸੀਂ ਉਹ ਦੇਖਦੇ ਤੇ ਕਿਆ ਖੂਬਸੂਰਤ ਉਹ ਪ੍ਰੋਗਰਾਮ ਸਨ। ਉਹਦੇ ਵਿੱਚ ਕਿਤਨਾ ਆਰਫਾਨਾ ਕਲਾਮ ਪੜ੍ਹਿਆ ਜਾਂਦਾ ਸੀ ਔਰ ਆਰਫਾਨਾ ਕਲਾਮ ਦੇ ਵਿੱਚ ਜਿਹੜੇ ਮਤਲਬ ਮੋਰਲ ਲੈਸਨ ਜਿਹਨੂੰ ਕਹਿ ਲਓ ਅਖਲਾਕੀ ਸਬਕ ਹੁੰਦੇ ਨੇ ਉਹ ਕਿਸ ਤਰ੍ਹਾਂ ਲੋਕਾਂ ਤੱਕ ਪਹੁੰਚਦੇ ਸਨ। ਇਹ ਕਿਸੇ ਹੋਰ ਵਿਦੇਸ਼ੀ ਜ਼ੁਬਾਨ ਦੇ ਵੱਸ ਦਾ ਰੋਗ ਨਹੀਂ ਕਿ ਉਹ ਸਾਨੂੰ ਅਖਲਾਕੀਆਤ ਸਿਖਾ ਸਕੇ ਜਾਂ ਅਖਲਾਕੀ ਸਤ੍ਹਾ ਸਾਡੀ ਬੁਲੰਦ ਕਰ ਸਕੇ। ਇਹ ਸਾਡੀ ਆਪਣੀ ਮਾਦਰੀ ਜ਼ੁਬਾਨ ਹੁੰਦੀ ਹੈ ਜਿਹਦੇ ਵਿੱਚ ਅਸੀਂ ਖੁੱਲ੍ਹ ਕੇ ਬੋਲ ਸਕਦੇ ਹਾਂ। ਸਾਡੇ ਅੰਦਰ ਜੋ ਕੁਛ ਹੈ ਉਹਦਾ ਇਜ਼ਹਾਰ ਖੁੱਲ੍ਹ ਕੇ ਕੀਤਾ ਜਾ ਸਕਦਾ ਹੈ। ਕਿਸੇ ਨੂੰ ਚੰਗਾ ਬੁਰਾ ਕਹਿਣਾ ਹੋਵੇ ਤੇ ਮਾਦਰੀ ਜ਼ੁਬਾਨ ਦੇ ਵਿੱਚ ਹੀ ਉਹ ਸੋਹਣਾ ਲੱਗਦਾ ਹੈ। ਅਦਰਵਾਈਜ਼ ਇਹ ਵੇ ਕਿ ਅਗਰ ਅਸੀਂ ਦੂਸਰੀਆਂ ਕੋਈ ਜ਼ੁਬਾਨਾਂ ਨੂੰ ਦਾ ਸਹਾਰਾ ਲੈ ਕੇ ਬੋਲਾਂਗੇ, ਅਸੀਂ ਕਹਿ ਤੇ ਦਿਆਂਗੇ ਕਿ ਸਾਡੀ ਕੌਮੀ ਜ਼ੁਬਾਨ ਹੈ ਔਰ ਉਹਦੇ ਵਿੱਚ ਅਸੀਂ ਹਰ ਕਿਸਮ ਦੀ ਜ਼ੁਬਾਨ ਨੂੰ ਲਿਆ ਕੇ ਤੇ ਉਸੇ ਜ਼ੁਬਾਨ ਦਾ ਹਿੱਸਾ ਬਣਾ ਸਕਦੇ ਹਾਂ। ਲੇਕਿਨ ਜੋ ਮਜ਼ਾ ਔਰ ਜੋ ਕਹਿ ਲਓ ਕਿ ਮਿਠਾਸ ਤੁਹਾਡੀ ਮਾਦਰੀ ਜ਼ੁਬਾਨ ਦੇ ਵਿੱਚ ਤਾਲੀਮ ਔਰ ਸਿੱਖਣ ਸਿਖਾਉਣ ਦੇ ਅਮਲ 'ਚ ਹੁੰਦੀ ਹੈ ਉਹ ਕਿਸੇ ਹੋਰ ਜਗ੍ਹਾ ਤੇ ਨਹੀਂ ਹੋ ਸਕਦੀ। ਜੀ ਇੱਥੇ ਲੈਂਦੇ ਹਾਂ ਇੱਕ ਵਕਫਾ ਤੇ ਵਕਫੇ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ ਤੇ ਪੁੱਛਾਂਗੇ ਅਸੀਂ ਪ੍ਰੋਫੈਸਰ ਡਾਕਟਰ ਅਤਰ ਕਸੀਮ ਹੋਰਾਂ ਨੂੰ ਕਿ ਕਿਸ ਤਰ੍ਹਾਂ ਐਜੂਕੇਸ਼ਨ ਦੀ ਰੇਸ਼ੋ ਵਧਾਈਏ, ਅਸੀਂ ਕੀ ਕਰੀਏ। ਫਿਰ तो उन्होंने जो अपना थीसिस है उस पर भी असी पूछांगे कि कितना मज़ा है हिस्टरी विच ते आप बीतियां विच। वेलकम बैक जी। थड़ा सियासत तुसी सुन रहे हो तो मैं तुहाडा यार अहमद लतीफ ते मेरे नाल अज मौजूद ने प्रोफैसर डॉक्टर अतर कसीम, मुमताज़ ब्रॉडकास्टर ने, अदीब ने, शायर ने, माहिर तालीम ने जी। किवें असी अपनी एजुकेशन की रेशो वधावांगे जी, कित्थे जावांगे? एजुकेशन की रेशो तो यकीन करो कि तां ही वध सकती है अगर असी अपनी कौमी जिंदगी दे विच तालीम की अहमियत नूं समझीए जी। बजट साज इदारे जिहड़े ने वो बजट दे विच तालीम नूं सरे फहरिस्त रखण ते तां ही तालीम दा मयार वधना वे। क्योंकि जिन्हां कौमां ने तालीम दे विच तरक्की कीती है उन्हां ने दुनिया दे विच हमेशा ये देखण च आया है कि अपने बजट दा एक कसीर हिस्सा जिहड़ा वाफर हिस्सा वो इस तालीम दे मयार नूं वधाउण वास्ते ही रखिया है। उन्हां दियां लैबोरेटरियां, उन्हां दियां लाइब्रेरियां, उन्हां दे तालीमी इदारे, उन्हां दे प्राइमरी स्कूल। कल मैं लतीफ साहब एक गौरमेंट दा प्राइमरी स्कूल देख रहा सां जिहड़ा कि अमेरिका दे विच है। वाह। ਉਹ ਕਿਸੇ ਜਗ੍ਹਾ ਆਇਆ ਤੇ ਮੇਰਾ ਮਤਲਬ ਰੁਕ ਗਿਆ ਉੱਥੇ ਹੱਥ ਇੰਟਰਨੈਟ ਦੇ ਉੱਤੇ ਕਿ ਮੈਂ ਅੱਜ ਇਹਨੂੰ ਪੂਰਾ ਇਸ ਐਪੀਸੋਡ ਨੂੰ ਦੇਖਣਾ। ਉਹ ਜਦੋਂ ਮੈਂ ਦੇਖਿਆ ਤੇ ਯਕੀਨ ਜਾਣੋ ਕਿ ਉਹਦੇ ਅੰਦਰ ਉਹਦੀ ਖਾਤੂਨ ਜਿਹੜੀ ਪ੍ਰਿੰਸੀਪਲ ਸੀ ਉਹਦੇ ਨਾਲ ਇੱਕ ਪਾਕਿਸਤਾਨੀ ਮੁੰਡਾ ਸੀ ਤੇ ਉਹ ਇੰਟਰਵਿਊ ਕਰ ਰਿਹਾ ਸੀ ਅੰਗਰੇਜ਼ੀ ਜ਼ੁਬਾਨ 'ਚ। ਤੇ ਐਸਾ ਜ਼ਬਰਦਸਤ ਇਦਾਰਾ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਪੌਸ਼ ਏਰੀਆਜ਼ ਦੇ ਵਿੱਚ ਇਦਾਰੇ ਇਲੀਟ ਕਲਾਸ ਵਾਸਤੇ ਬਣਦੇ ਨੇ ਉਹ ਵੀ ਉਹਦਾ ਮੁਕਾਬਲਾ ਨਹੀਂ ਸੀ ਕਰਦੇ ਪਏ ਜਿਹੜੇ ਕਿ ਗੌਰਮੈਂਟ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਮਤਲਬ ਇੱਕ ਹੈ ਸੀ। ਤੇ ਮੈਨੂੰ ਯਾਦ ਹੈ ਕਿ ਜਿਸ ਨੂੰ ਮੈਂ ਜਿਹੜੇ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਦਾ ਸਾਂ ਪਿੰਡ ਦੇ,
ਉਸ ਪ੍ਰਾਇਮਰੀ ਸਕੂਲ ਦੇ ਵਿੱਚ ਟਾਟ ਵੀ ਨਹੀਂ ਸੀ ਹੁੰਦੇ ਬਾਜ਼ ਔਕਾਤ, ਹਾਏ। ਜ਼ਮੀਨ ਤੇ ਬੈਠ ਕੇ ਘਰੋਂ ਪੱਟੀਆਂ ਲੈ ਜਾਂਦੇ, ਬਿੰਡੀ ਲੈ ਜਾਂਦੇ ਸਨ। ਮਾਸਟਰ ਸਾਹਿਬ ਖਲੋਤੇ ਹੁੰਦੇ ਸਨ ਜਿਹੜੇ ਗੇਟ ਦੇ ਉੱਤੇ ਹੁੰਦੇ ਸਨ, ਹਰ 2 ਮਿੰਟ ਲੇਟ ਆਉਣ ਵਾਲੇ ਨੂੰ ਜਨਾਬ ਉਹ ਸੋਟੀ ਮਾਰਦੇ ਸਨ, ਔਰ ਉਹ ਬੱਚਾ ਜਿਹੜਾ ਡਰਦਾ ਸਹਿਮਦਾ ਜਾ ਕੇ ਬੈਠ ਜਾਂਦਾ ਸੀ, ਔਰ ਸਾਰੀ ਮਤਲਬ ਉਹ ਤਾਲੀਮ ਉਹਨਾਂ ਦੀ ਇਸੇ ਤਰ੍ਹਾਂ ਹੀ ਹੁੰਦੀ ਸੀ। ਫਿਰ ਜ਼ਰਾ ਵੱਡੇ ਅਦਾਰਿਆਂ ਦੇ ਵਿੱਚ ਆਏ ਤੇ ਸਾਨੂੰ ਬੈਂਚ ਵੀ ਨਸੀਬ ਹੋ ਗਏ, ਲੇਕਿਨ ਟਾਟ ਫੇਰ ਵੀ ਰਹੇ ਨਾਲ। ਲੇਕਿਨ ਉਸਤਾਦ ਦੀ ਟ੍ਰੇਨਿੰਗ ਜਿਹੜੀ ਹੈ, ਤੁਸੀਂ ਇਹ ਦੇਖੋ ਬਦਕਿਸਮਤੀ ਕਿ ਜਿਹੜਾ ਬੰਦਾ ਮੈਟ੍ਰਿਕ ਤੋਂ ਬਾਅਦ ਆਲਾ ਤਾਲੀਮ ਹਾਸਲ ਵਾਸਤੇ ਨਹੀਂ ਸੀ ਕਾਬਲ ਰਹਿੰਦਾ, ਉਹ ਪੀਟੀਸੀ ਕਰਾ ਦਿਓ ਜੀ ਇਹਨੂੰ, ਤਾਂ ਕਿ ਇਹਨੂੰ ਸਰਕਾਰੀ ਨੌਕਰੀ ਮਿਲ ਜਾਏ। ਉਹ ਪੀਟੀਸੀ, ਸੀਟੀ ਇਸ ਤਰ੍ਹਾਂ ਦੇ ਜਿਹੜੇ ਕੋਰਸਸ ਕਰਾ ਕੇ ਉਹਨਾਂ ਦੇ ਅੱਗੇ ਐਫਏ ਤੋਂ ਬਾਅਦ ਉਹਨਾਂ ਦੀ ਤਾਲੀਮ ਖਤਮ, ਔਰ ਉਹ ਜਨਾਬ ਬੱਚਿਆਂ ਨੂੰ ਸੋਟੀਆਂ ਮਾਰਨ ਦੇ ਉੱਤੇ ਮਾਮੂਰ ਹੋ ਗਏ ਔਰ ਲੱਗ ਗਏ। ਤੇ ਉਹ ਹੁਣ ਬੱਚੇ ਦੀ ਕੀ ਅਖਲਾਕੀ ਤਰਬੀਅਤ ਹੋਏਗੀ ਤੇ ਕੀ ਬੱਚੇ ਦੀ ਬੇਸ ਬਣੇਗੀ ਤੇ ਕੀ ਬੁਨਿਆਦ ਹੋਏਗੀ ਉਹਦੀ। ਅਸੀਂ ਦੇਖਦੇ ਹਾਂ ਕਿ ਜਿਹੜੇ ਮੁਲਕ ਤਰੱਕੀ ਕਰ ਰਹੇ ਨੇ ਉਹਨਾਂ ਨੇ ਆਪਣੀ ਇੱਕ ਤੇ ਮਾਦਰੀ ਜ਼ੁਬਾਨ ਨੂੰ ਅੰਗਰੇਜ਼ੀ 'ਚ ਮਤਲਬ ਅਗਰ ਰਸ਼ੀਆ ਦੇ ਇਦਾਰੇ ਨੇ ਤਾਂ ਰਸ਼ੀਅਨ ਜ਼ੁਬਾਨ ਹੈ, ਜਰਮਨ ਇਦਾਰੇ ਨੇ ਤਾਂ ਜਰਮਨ ਜ਼ੁਬਾਨ ਹੈ, ਉਹ ਬੱਚਿਆਂ ਨੂੰ ਉਹਦੇ ਵਿੱਚ ਤਾਲੀਮ ਦੇ ਰਹੇ ਨੇ। ਨੰਬਰ 2 ਇਹ ਵੇ ਕਿ ਉਹਨਾਂ ਨੇ ਉਸਤਾਦ ਨੂੰ ਇੱਕ ਬੜੀ ਅਹਿਮੀਅਤ ਦਿੱਤੀ ਹੈ ਮੁਆਸ਼ਰੇ ਦੇ ਵਿੱਚ, ਔਰ ਉਸਤਾਦ ਦਾ ਜਿਹੜਾ ਇੱਕ ਰੁਤਬਾ ਔਰ ਮੁਕਾਮ ਹੈ ਉਹ ਉਹਦੇ ਮੁਤਾਬਿਕ ਉਹਨੂੰ ਮੁਆਸ਼ੀ ਮਜਬੂਰੀਆਂ ਤੋਂ ਉਹਨਾਂ ਨੇ ਆਜ਼ਾਦ ਕਰ ਦਿੱਤਾ ਹੈ। ਹੁਣ ਇੱਕ ਉਸਤਾਦ ਜਿਹਦੀ ਤਨਖਾਹ ਵੀ ਥੋੜੀ ਹੋਵੇ, ਲਤੀਫ ਸਾਹਿਬ ਪੋਲੀਓ ਦੇ ਕਤਰੇ ਵੀ ਉਹਨੇ ਹੀ ਪਿਲਾਣੇ ਹੋਣ, ਲਤੀਫ ਸਾਹਿਬ ਵੋਟਾਂ ਵੀ ਇੰਦਰਾਜ ਵੀ ਉਹਨੇ ਹੀ ਕਰਨਾ ਹੋਵੇ, ਲਤੀਫ ਸਾਹਿਬ ਉਹਨੇ ਹੀ ਜਾ ਕੇ ਹੁਣ ਕੋਵਿਡ-19 ਦੇ ਵਾਸਤੇ ਵੀ ਅਵੇਅਰਨੈਸ ਦੇਣੀ ਹੋਵੇ ਘਰੋਂ ਘਰ ਜਾ ਕੇ, ਉਹ ਬੱਚਿਆਂ ਨੂੰ ਕਿਸ ਤਰ੍ਹਾਂ ਪੜ੍ਹਾਏਗਾ। ਪਿੰਡਾਂ ਥਾਵਾਂ ਦੇ ਵਿੱਚ ਹਾਲਾਤ ਬਹੁਤ ਖਰਾਬ ਨੇ, ਬਿਲਡਿੰਗਾਂ ਬਣਾਉਣ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ। ਗ੍ਰਾਂਟ ਮਿਲਦੀ ਹੈ ਤੇ ਕੁੜੀਆਂ ਦੇ ਸਕੂਲ ਬਣ ਗਏ ਤੇ ਕੁੜੀਆਂ ਦੇ ਕਾਲਜ ਬਣ ਗਏ ਪਿੰਡਾਂ ਥਾਵਾਂ 'ਚ ਵੀ, ਲੇਕਿਨ ਜਿੰਨਾ ਤੱਕ ਉਸਤਾਦ ਦੀ ਅਹਿਮੀਅਤ ਨਹੀਂ ਹੋਏਗੀ, ਉਹਨੂੰ ਮੁਆਸ਼ੀ ਮਸਲਿਆਂ ਤੋਂ ਨਹੀਂ ਕੱਢਿਆ ਜਾਏਗਾ, ਉਹਦੀ ਤਨਖਾਹ ਬਿਹਤਰ ਨਹੀਂ ਕੀਤੀ ਜਾਏਗੀ, ਉਹਨੂੰ ਤਾਲੀਮ ਹਾਸਲ ਕਰਨ ਦੇ ਮੌਕੇ ਨਹੀਂ ਦਿੱਤੇ ਜਾਣਗੇ, ਉਹਨਾਂ ਦੇ ਰਿਫਰੈਸ਼ਰ ਕੋਰਸਸ ਨਹੀਂ ਹੋਣਗੇ, ਉਹਨਾਂ ਨੂੰ ਯੂਥ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਦੂਸਰੇ ਮੁਲਕਾਂ 'ਚ ਭੇਜ ਕੇ ਉਹਨਾਂ ਨੂੰ ਸਿਖਾਇਆ ਨਹੀਂ ਜਾਏਗਾ। ਇਹ ਉਦੋਂ ਹੀ ਮੁਮਕਿਨ ਹੈ। ਇੱਕ ਗੱਲ ਹੋਰ ਤੁਹਾਡੇ ਨਾਲ ਮੈਂ ਕਰਨਾ ਚਾਹੁੰਦਾ, ਅਸੀਂ ਹੈਲਥ ਤੇ ਐਜੂਕੇਸ਼ਨ ਨੂੰ ਜਦੋਂ ਦਾ ਬਿਜ਼ਨਸ ਕੀਤਾ, ਫਿਰ ਸਾਡੇ ਟੀਚਰਾਂ ਨੇ ਉਹ ਜਿਹੜਾ ਦਾਲ ਆ ਕੇ ਪੜ੍ਹਾਉਣ ਦਾ ਟਿਊਸ਼ਨ ਤੇ ਉਹ ਪੂਰਾ ਇੱਕ ਧੰਦਾ ਪੂਰਾ ਲੰਮਾ, ਇਹ ਕਿਸ ਤਰ੍ਹਾਂ ਨੁਕਸਾਨਦੇਹ ਹੈ। ਲਤੀਫ ਸਾਹਿਬ ਮੈਂ ਤੁਹਾਨੂੰ ਦੱਸਾਂ ਕਿ ਮੈਨੂੰ ਯਾਦ ਆ ਗਿਆ ਉਹ ਜ਼ਮਾਨਾ ਜਦੋਂ ਅਸੀਂ 4ਵੀਂ 5ਵੀਂ 'ਚ ਪੜ੍ਹਦੇ ਸਾਂ, ਬਲਕਿ 5ਵੀਂ 'ਚ ਵਜ਼ੀਫੇ ਦਾ ਇਮਤਿਹਾਨ ਦੇਣਾ ਸੀ। ਠੀਕ। ਤੇ ਮੇਰੇ ਉਸਤਾਦ ਮੋਹਤਰਮ ਜਨਾਬ ਅਬਦੁਲ ਹਫੀਜ਼ ਸਾਹਿਬ, ਉਹ ਸਾਡੇ ਕਲਾਸ ਇੰਚਾਰਜ ਹੁੰਦੇ ਸਨ 5ਵੀਂ ਦੇ ਵਿੱਚ। ਥੋੜੇ ਦਿਨ ਪਹਿਲੇ ਵੀ ਉਹਨਾਂ ਦਾ ਫੋਨ ਮੈਨੂੰ ਆਇਆ ਤੇ ਅੱਜ ਤੱਕ ਅਸੀਂ ਨਿਆਜ਼ਮੰਦ ਹਾਂ ਉਹਨਾਂ ਦੇ, ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਦੀ ਵਜ੍ਹਾ ਤੋਂ ਅੱਜ ਮੈਂ ਮਤਲਬ ਬੈਠਾ ਕਿਸੇ ਸੀਟ ਤੇ। ਤੇ ਉਹ ਅਬਦੁਲ ਹਫੀਜ਼ ਸਾਹਿਬ ਨੇ ਛੁੱਟੀ ਵਾਲੇ ਦਿਨ ਵੀ ਸਾਨੂੰ ਬੁਲਾਉਣਾ ਹੁੰਦਾ ਸੀ ਕਲਾਸ ਦੇ ਵਿੱਚ, ਔਰ ਵਜ਼ੀਫੇ ਦੇ ਇਮਤਿਹਾਨ ਦੀ ਤਿਆਰੀ ਕਰਵਾਉਣੀ ਹੁੰਦੀ ਸੀ। ਔਰ ਅਗਰ ਲੇਟ ਹੋ ਜਾਂਦੇ ਸਾਂ ਤੇ ਉਹ ਜ਼ਾਹਿਰ ਹੈ ਡਾਂਟ ਡਪਟ ਕਰਦੇ ਸਨ, ਔਰ ਖੁਦ ਵੀ ਉਹ ਆਪਣੀ ਛੁੱਟੀ ਬਰਬਾਦ ਕਰਕੇ ਸਾਡੇ ਵਾਸਤੇ ਸਕੂਲ ਆਉਂਦੇ ਸਨ, ਔਰ ਪੂਰਾ ਸਕੂਲ ਟਾਈਮ ਉਹਨਾਂ ਨੇ ਸਾਨੂੰ ਦੇਣਾ ਹੁੰਦਾ ਸੀ। ਤੁਸੀਂ ਇਹ ਦੇਖੋ ਕਿ ਉਹ ਦੌਰ ਕਿੱਥੇ ਗਿਆ ਜਦੋਂ ਟੀਚਰ ਇਤਨਾ ਪੁਰਖਲੂਸ ਹੁੰਦਾ ਸੀ। ਹੁਣ ਉਹ ਟੀਚਰ ਜਿਹੜਾ ਵਰਕਿੰਗ ਡੇਜ਼ ਦੇ ਵਿੱਚ ਵੀ ਡੰਡੀਆਂ ਮਾਰ ਕੇ ਆਪਣੇ ਅਦਾਰਿਆਂ 'ਚ ਨਹੀਂ ਪੜ੍ਹਾ ਰਿਹਾ, ਬਲਕਿ ਪ੍ਰਾਈਵੇਟ ਸੈਕਟਰ ਜਾ ਕੇ ਪੜ੍ਹਾ ਰਿਹਾ ਹੈ, ਔਰ ਉੱਥੇ ਪੜ੍ਹਾਉਣ ਤੋਂ ਬਾਅਦ ਜ਼ਾਹਿਰ ਉਹਨੂੰ ਪੈਸੇ ਮਿਲਦੇ ਨੇ, ਇਜ਼ਾਫੀ ਪੈਸੇ ਮਿਲਦੇ ਨੇ। ਠੀਕ ਹੈ, ਅਗਰ ਇਹ ਵੀ ਮੈਂ ਕਹਿੰਦਾ ਕਿ ਅਗਰ ਉਹ ਡਾਕਟਰ ਜਿਸ ਤਰ੍ਹਾਂ ਆਪਣੇ ਇਦਾਰੇ ਦੇ ਵਿੱਚ ਕੰਮ ਕਰਦਾ ਵੇ, ਹਸਪੀਟਲ 'ਚ, ਔਰ ਸ਼ਾਮ ਨੂੰ ਕਲੀਨਿਕ ਕਰਦਾ, ਤਾਂ ਸ਼ਾਮ ਨੂੰ ਚਲੋ ਉਹ ਪੈਸੇ ਕਮਾ ਰਿਹਾ, ਜਾਇਜ਼ ਆਪਣੀ ਲਿਮਿਟਸ ਦੇ ਵਿੱਚ ਰਹਿ ਕੇ ਕਮਾ ਰਿਹਾ। ਲੇਕਿਨ ਸਵਾਲ ਇਹ ਵੇ ਕਿ ਆਪਣੇ ਜਿਹੜਾ ਪੇਰੈਂਟ ਉੱਥੇ ਤਾਂ ਪੂਰਾ ਕਰਨਾ, ਉੱਥੇ ਤੇ ਆਪਣੀ ਜ਼ਿੰਮੇਵਾਰੀ ਉਹਨੂੰ ਪੂਰੀ ਕਰਨੀ ਚਾਹੀਦੀ ਹੈ। ਉਹ 2 ਵਜੇ ਤੋਂ ਬਾਅਦ ਅਗਰ ਫਾਰਗ ਹੋ ਜਾਂਦਾ ਹੈ ਤੇ ਘਰ 'ਚ ਅਗਰ ਬੱਚਿਆਂ ਨੂੰ ਪੜ੍ਹਾ ਦੇ ਤਾਂ ਕੋਈ ਹਰਜ ਨਹੀਂ ਹੈ। ਮਹਿੰਗਾਈ ਦਾ ਜ਼ਮਾਨਾ में ਹਾਲਾਤ ਮੁਆਸ਼ੀ ਖਰਾਬ ਨੇ, ਅਗਰ ਇਨਕਮ ਵੱਧਦੀ ਹੈ ਤਾਂ ਕੋਈ ਐਸਾ ਮਸਲਾ ਨਹੀਂ, ਲੇਕਿਨ ਜ਼ਿੰਮੇਵਾਰੀ ਜਿਹੜੀ ਉਹਦੀ ਹੈ ਪੇਰੈਂਟ ਡਿਪਾਰਟਮੈਂਟ ਦੇ ਵਿੱਚ, ਜਿੱਥੇ ਉਹਦੀ ਅਪਾਇੰਟਮੈਂਟ ਹੋਈ ਹੈ, ਜਿੱਥੋਂ ਉਹ ਤਨਖਾਹ ਲੈ ਰਿਹਾ ਵੇ ਗੌਰਮੈਂਟ ਦੀ, ਉੱਥੋਂ ਉਸ ਬੰਦੇ ਨੂੰ ਪੂਰੀ ਇਮਾਨਦਾਰੀ ਦੇ ਨਾਲ ਪੜ੍ਹਾਉਣਾ ਚਾਹੀਦਾ ਤਾਂ ਕਿ ਬੱਚਿਆਂ ਦਾ ਹਰਜ ਨਾ ਹੋਵੇ। ਔਰ ਗੌਰਮੈਂਟ ਦੇ ਅਦਾਰਿਆਂ ਦੇ ਕੋਲ ਜਿਤਨਾ ਗਰਾਊਂਡਸ ਹੁੰਦੇ ਨੇ, ਜਿਤਨਾ ਉਹਨਾਂ ਕੋਲ ਲੈਬਾਰਟਰੀਆਂ 'ਚ ਸਮਾਨ ਹੁੰਦਾ ਵੇ, ਔਰ ਜਿਤਨੇ ਕੁਆਲੀਫਾਈਡ ਉਹ ਲੋਕ ਹੁੰਦੇ ਨੇ, ਅਗਰ ਉਹ ਚਾਹਣ ਤੇ ਪ੍ਰਾਈਵੇਟ ਸੈਕਟਰ ਕਿਸੇ ਸੂਰਤ ਵੀ ਅੱਗੇ ਨਹੀਂ ਆ ਸਕਦਾ। ਲੇਕਿਨ ਲਤੀਫ ਸਾਹਿਬ ਇਹ 'ਚ ਜਜ਼ਬਾਤੀ ਹੋਣ ਦੀ ਜ਼ਰੂਰਤ ਨਹੀਂ ਹੈ। ਪ੍ਰਾਈਵੇਟ ਸੈਕਟਰ ਨੂੰ ਵੀ ਅਸੀਂ ਇਗਨੋਰ ਨਹੀਂ ਕਰ ਸਕਦੇ। ਪ੍ਰਾਈਵੇਟ ਸੈਕਟਰ ਅਗਰ ਸਿਰਫ ਪੈਸਾ ਕਮਾਉਣ ਵੱਲ ਨਾ ਹੋਵੇ ਤੇ ਇਹ ਦੇਖੋ ਦੂਸਰਾ ਰੁਖ ਕਿ ਉਹਨਾਂ ਨੇ ਹਕੂਮਤ ਦੇ ਕੰਧੇ ਨਾਲ ਕੰਧਾ ਮਿਲਾ ਕੇ, ਮੋਢੇ ਨਾਲ ਮੋਢਾ ਜੋੜ ਕੇ ਕਿਤਨਾ ਕੰਮ ਸੰਭਾਲਿਆ ਹੈ ਕਿ ਜਿਹੜੇ ਬੇਰੋਜ਼ਗਾਰ ਮੁੰਡੇ ਸਨ, ਜਿਨ੍ਹਾਂ ਨੂੰ ਨੌਕਰੀਆਂ ਨਹੀਂ ਸੀ ਮਿਲਦੀਆਂ, ਉਹਨਾਂ ਨੂੰ ਨੌਕਰੀਆਂ ਦਿੱਤੀਆਂ ਹੋਈਆਂ ਨੇ, ਔਰ ਉਹ ਜਿਹੜੇ ਬੱਚੇ ਨੌਜਵਾਨ ਪੜ੍ਹਾਉਂਦੇ ਨੇ ਜਾ ਕੇ ਪ੍ਰਾਈਵੇਟ ਸਕੂਲਾਂ 'ਚ ਜਾਂ ਕਾਲਜਾਂ ਦੇ ਵਿੱਚ, ਉਹਨਾਂ ਨੂੰ ਤਨਖਾਹ ਮਿਲਦੀ ਹੈ, ਔਰ ਇਹ ਇੱਕ ਕੰਟਰੀਬਿਊਸ਼ਨ ਹੋ ਜਾਂਦਾ ਵੇ ਗੌਰਮੈਂਟ ਦੇ ਨਾਲ ਤੁਸੀਂ ਕਰਦੇ ਹੋ। ਲੇਕਿਨ ਅਗਰ ਤੁਸੀਂ ਤਾਲੀਮ ਦਾ ਮਾਇਆਰ ਥੱਲੇ ਕਰਦੇ ਹੋ, ਬੱਚਿਆਂ ਨੂੰ ਗੈਰ ਅਖਲਾਕੀ ਡਾਂਸ ਔਰ ਗੈਰ ਅਖਲਾਕੀ ਹਰਕਤਾਂ ਸਿਖਾਓ, ਸਪੋਰਟਸ ਗਾਲਾ ਦੇ ਮਤਲਬ ਨਾਮ ਦੇ ਉੱਤੇ ਤੁਸੀਂ ਪਤਾ ਨਹੀਂ ਕੀ ਉੱਥੇ ਬੇਹਯਾਈ ਫੈਲਾਓ, ਔਰ ਫਿਰ ਪੈਸੇ ਵੀ ਤੁਸੀਂ ਲੱਖਾਂ ਦੇ ਹਿਸਾਬ ਨਾਲ ਕਮਾਓ, ਔਰ ਅੱਗੇ ਟੀਚਰ ਦਾ ਵੀ ਇਸਤਹਿਸਾਲ ਕਰੋ, ਤੇ ਮੈਂ ਸਮਝਦਾ ਕਿ ਇਹਨਾਂ ਵਾਸਤੇ ਕੋਈ ਅਥਾਰਟੀ ਕੋ ਨਹੀਂ, ਜਿਸ ਤਰ੍ਹਾਂ ਸਾਡੀ ਬਾਕੀ ਵੀ ਅਥਾਰਟੀਆਂ ਬਣੀਆਂ ਨੇ। ਕੱਲ ਅਸੀਂ ਇੱਕ ਹੋਰ ਅਥਾਰਟੀ ਦੀ ਵੀ ਗੱਲ ਕਰਦੇ ਸੀ, ਅਥਾਰਟੀਆਂ ਬਹੁਤ ਸਾਰੀਆਂ ਅਸੀਂ ਬਣਾ ਲਈਆਂ ਨੇ, ਤੇ ਇਹਨਾਂ ਐਜੂਕੇਸ਼ਨ ਨੂੰ ਰੈਗੂਲੇਟ ਕਰਨ ਵਾਸਤੇ ਕੋਈ ਅਥਾਰਟੀ ਕੋ ਨਹੀਂ।
ਬਿਲਕੁਲ ਜੀ, ਅਥਾਰਟੀ ਹੋਣੀ ਚਾਹੀਦੀ ਹੈ, ਮੈਂ ਸਮਝਦਾ ਹਾਂ, ਔਰ ਇਹਨਾਂ ਨੂੰ ਰੈਗੂਲੇਟ ਕਰਨਾ ਚਾਹੀਦਾ ਵੇ, ਔਰ ਜਿਹੜਾ ਵੀ ਮਾਇਆਰ ਤੋਂ ਥੱਲੇ ਜਾ ਕੇ ਤਾਲੀਮ ਦੇ ਰਿਹਾ ਵੇ ਉਸ ਦੀ ਹੌਸਲਾ ਸ਼ਿਕਨੀ ਹੋਣੀ ਚਾਹੀਦੀ ਹੈ, ਔਰ ਉਹਦੀ ਇੰਤਜ਼ਾਮੀਆਂ ਨੂੰ ਕੰਮ ਕਰਨ ਤੋਂ ਰੋਕ ਦੇਣਾ ਚਾਹੀਦਾ ਹੈ। ਅਥਾਰਟੀ ਹਕੂਮਤ ਵਕਤ ਦੀ ਜ਼ਿੰਮੇਵਾਰੀ ਹੈ ਕਿ ਉਹ ਕਰੇ। ਅੱਛਾ, ਤੁਹਾਡੀ ਆਪਣੀ ਜਿਹੜਾ ਥੀਸਿਸ ਹੈ ਮੈਂ ਉਸ ਤੇ ਵੀ ਥੋੜੀ ਸਾਰੀ ਗੱਲ ਕਰਨਾ ਚਾਹਨਾ ਤਾਂ ਜੀ ਅਸੀਂ ਲੋਕਾਂ ਨੂੰ ਦਸੀਏ ਕਿ ਥੀਸਿਸ ਕਰਦੇ ਆ। ਹਾਂ, ਇੱਕ ਹੋਰ ਗੱਲ ਵੀ ਹੈ ਕਿ ਸੁਣਿਆ ਜਿਹੜਾ ਥੀਸਿਸ ਕਰਦੇ ਨੇ ਲੋਕ, ਥੀਸਿਸ ਵਿੱਚ ਵਿਕਦਾ ਪਕਾਂਦਾ ਵੀ ਹੈ ਤੇ ਲੈ ਲੂ ਕੇ ਵੀ ਲੈ ਲੈਂਦੇ ਨੇ। ਇਹ ਕਹਾਣੀ ਵੀ ਥੋੜੀ ਜਿਹੀ ਮੈਂ ਚਾਹਾਂਗਾ ਥੋੜੀ ਜਿਹੀ ਜ਼ਰਾ ਸੁਣਾ ਦਿਓ ਲੋਕਾਂ ਨੂੰ। ਇਹ ਤੁਸੀਂ ਬੜੀ ਜੈਨੂਨ ਗੱਲ ਕੀਤੀ, ਔਰ ਇਹ ਗੱਲ ਮੇਰੇ ਵੀ ਸੁਣਨ ਵਿੱਚ ਆਈ ਹੈ। ਇਸ ਤੋਂ ਵੱਡੀ ਹੁਣ ਬਦਕਿਸਮਤੀ ਕੀ ਹੋ ਸਕਦੀ ਹੈ। ਮੈਂ ਇੱਕ ਉਸਤਾਦ ਹੋਣ ਦੇ ਨਾਤੇ ਇੱਕ ਖਲੋਤਾ ਸਾਂ ਇੱਕ ਬੁੱਕ ਸ਼ਾਪ ਤੇ, ਕਿਤਾਬਾਂ ਦੀ ਦੁਕਾਨ ਤੇ। ਉੱਥੇ ਇੱਕ ਛੋਟਾ ਜਿਹਾ ਲੱਗਿਆ ਹੋਇਆ ਸੀ ਸਟਿੱਕਰ ਨੁਮਾ ਕੋਈ ਉੱਥੇ ਬੈਨਰ ਜਿਹਾ, ਉਹਦੇ ਤੇ ਲਿਖਿਆ ਸੀ ਕਿ ਜਨਾਬ ਫਲਾਂ ਯੂਨੀਵਰਸਿਟੀ ਦੀਆਂ ਅਸਾਈਨਮੈਂਟਾਂ ਜਿਹੜੀਆਂ ਨੇ ਉਹ ਸਾਡੇ ਕੋਲੋਂ ਬਣਵਾਓ ਤੇ ਇਹ ਥੱਲੇ ਨੰਬਰ ਦਿੱਤਾ ਹੈ ਉਹਦਾ, ਲੈ ਲਵੋ। ਹਾਂਜੀ, ਮੈਂ ਉਸ ਯੂਨੀਵਰਸਿਟੀ ਦਾ ਟਿਊਟਰ ਵੀ ਸਾਂ, ਜਿਹੜਾ ਉਹ ਜੁਜ਼ ਵਕਤੀ ਟਿਊਟਰ ਹੁੰਦਾ। ਮੈਂ ਉੱਥੇ ਫੋਨ ਕਰਕੇ ਆਪਣੇ ਅਫਸਰਾਂ ਨੂੰ ਪੁੱਛਿਆ ਕਿ ਜਨਾਬ ਇਹ ਕੀ ਹੈ। ਅਸੀਂ ਤੇ ਬੱਚਿਆਂ ਨੂੰ ਲਿਖ ਕੇ ਕਹੀਦਾ ਕਿ ਦੋ ਇੱਕੋ ਜਿਹੇ ਹੈਂਡ ਰਾਈਟਿੰਗ ਆ ਰਹੇ ਹੋ ਤੇ ਅਸੀਂ ਉਹ ਰੱਦ ਕਰ ਦਈਦਾ ਕਿ ਤੂੰ ਨਕਲ ਮਾਰੀ ਹੈ ਬਈ, ਇੱਕ ਬੰਦੇ ਨੇ ਕੀਤੀ ਹੈ ਬਈ, ਤਹਿਰੀਰ ਵੀ ਨਹੀਂ ਮਿਲਦੀ ਹੋਵੇ। ਇਹ ਤੇ ਤਾਲੀਮੀ ਤੁਹਾਡੀ ਫਾਸਲਾਤੀ ਨਿਜ਼ਾਮ ਜਿਹੜਾ ਇਹਦੇ ਵਿੱਚ ਤੇ ਅਸਾਈਨਮੈਂਟ ਲਿਖੋਗੇ ਤੇ ਤੁਹਾਡੀ ਕਾਰਗਰਦਗੀ ਕਾਬਲੀਅਤ ਵਧੇਗੀ। ਤੇ ਅਗਰ ਕਿਸੇ ਕੋਲ ਲਿਖਵਾ ਕੇ ਤੁਸੀਂ 100 ਰੁਪਏ 200 ਰੁਪਏ 150 ਰੁਪਏ ਦੇ ਵਿੱਚ ਤੁਸੀਂ ਅਸਾਈਨਮੈਂਟ ਬਣਾ ਲੈਣੀ ਹੈ ਤੇ ਇਹ ਤਾਂ ਬਹੁਤ ਬੁਰੀ ਗੱਲ ਹੈ। ਉਹ ਵੀ ਬੇਬਾਸੀ ਮੈਨੂੰ ਨਜ਼ਰ ਆਈ ਇੰਤਜ਼ਾਮੀਆ ਯੂਨੀਵਰਸਿਟੀ ਦੀ ਵੀ, ਕਿਉਂਕਿ ਇਹ ਚੀਜ਼ ਲਤੀਫ ਸਾਹਿਬ ਉਹੀ ਹੈ ਕਿ ਬੇਈਮਾਨੀ ਜਿਹੜੀ ਹੈ ਉਹ ਸਾਡੇ ਚੋਂਕਿ ਹੱਡਾਂ 'ਚ ਵਸ ਗਈ ਹੈ ਨਾ, ਤੇ ਅਸੀਂ ਕਿਸੇ ਵੀ ਸ਼ੋਬੇ ਨੂੰ ਇਸ ਤੋਂ ਮੁਬਰਰਾ ਨਹੀਂ ਸਮਝ ਸਕਦੇ। ਜਿੱਥੋਂ ਤੱਕ ਤੁਸੀਂ ਥੀਸਿਸ ਦੀ ਗੱਲ ਕੀਤੀ ਹੈ, ਮੈਂ ਥੀਸਿਸ ਕੀਤਾ ਵੇ ਜਿਹੜਾ ਲੋਕਾਂ ਨੇ ਆਪਣੀਆਂ ਆਪ ਬੀਤੀਆਂ ਖੁਦ ਨਵਿਸ਼ਤ ਸਵਾਨੇ ਉਮਰੀਆਂ ਲਿਖੀਆਂ। ਬੜਾ ਜਾਦੂ ਹੁੰਦਾ ਹੈ ਜੀ ਆਪ ਬੀਤੀਆਂ 'ਚ। ਮੈਨੂੰ ਇਹ ਮੁਸ਼ਫਿਕ ਖਾਜਾ ਸਾਹਿਬ ਨੇ ਸੁਜੈਸਟ ਕੀਤਾ ਸੀ ਇਹ ਮੌਜੂ, ਬੜੇ ਅਦੀਬ ਖਾਜਾ ਜ਼ਕਰੀਆ ਸਾਹਿਬ ਨਹੀਂ, ਮੁਸ਼ਫਿਕ ਖਾਜਾ ਸਾਹਿਬ। ਅੱਛਾ, ਮੁਸ਼ਫਿਕ, ਹਾਂ, ਅੱਡਾ ਵੱਡਾ ਨਾਮ, ਸੁਭਾਨ ਅੱਲਾਹ ਸੁਭਾਨ ਅੱਲਾਹ। ਔਰ ਉਹਨਾਂ ਨੇ ਜਿਸ ਟਾਈਮ ਕੀਤਾ ਉਹ ਫਿਰ ਉਹਨਾਂ ਨੇ ਖਾਮਾ ਬਗੋਸ਼, ਜੀ ਖਾਮਾ ਬਗੋਸ਼, ਉਹਨਾਂ ਨੇ ਫਿਰ ਆਪਣੀ ਲਾਇਬ੍ਰੇਰੀ ਚੋਂ ਬਹੁਤ ਸਾਰੀਆਂ ਕਿਤਾਬਾਂ ਔਰ ਮਟੀਰੀਅਲ ਵੀ ਮੈਨੂੰ ਅਤਾ ਕੀਤਾ। ਕੁਝ ਦੂਸਰੇ ਮੁਲਕਾਂ ਤੋਂ ਵੀ ਮੈਨੂੰ ਕਿਤਾਬਾਂ ਔਰ ਮਟੀਰੀਅਲ ਮੰਗਵਾ ਕੇ ਦਿੱਤਾ। ਡਾਕਟਰ ਤੈਯਬ ਮੁਨੀਰ ਸਾਹਿਬ ਨੂੰ ਮੈਂ ਇੱਥੇ ਯਾਦ ਕਰਾਂਗਾ, ਕਿਉਂਕਿ ਉਹਨਾਂ ਦੀ ਇੱਕ ਤਹਿਰੀਕ ਸੀ ਕਿ ਮੈਂ ਇਸ ਮੌਜੂ ਤੇ ਕੰਮ ਕਰਾਂ। ਉਹਨਾਂ ਦੀ ਆਪਣੀ ਲਾਇਬ੍ਰੇਰੀ ਬਹੁਤ ਵੱਡੀ ਸੀ ਔਰ ਮੈਂ ਕੰਮ ਕੀਤਾ। ਔਰ ਯਕੀਨ ਜਾਣੋ ਕਿ 400 ਦੇ ਕਰੀਬ ਆਪ ਬੀਤੀਆਂ ਲਿਖੀਆਂ ਗਈਆਂ ਸਨ ਇਸ ਸਦੀ ਦੇ ਸ਼ੁਰੂ ਹੋਣ ਤੱਕ। ਹੁਣ ਤੇ ਫਿਰ 22 ਸਾਲ ਹੋਰ ਗੁਜ਼ਰ ਗਏ ਤੇ ਉਹ ਜਿਹੜੀਆਂ ਮਤਲਬ ਆਪ ਬੀਤੀਆਂ ਸਨ, ਮੈਂ ਉਹਨਾਂ ਤੱਕ ਕੰਮ ਕੀਤਾ 2005 3 ਜਾਂ 5 ਤੱਕ ਜਿਹੜੀਆਂ ਲਿਖੀਆਂ ਗਈਆਂ ਸਨ। ਤੇ 400 ਦੇ ਕਰੀਬ ਆਪ ਬੀਤੀਆਂ ਅਦੀਬਾਂ ਔਰ ਸ਼ਾਇਰਾਂ ਦੀਆਂ ਬਣਦੀਆਂ ਸਨ, ਜਿਨ੍ਹਾਂ ਚੋਂ ਫਿਰ 100 ਦਾ ਇੰਤਖਾਬ ਕੀਤਾ ਤੇ ਉਹਨਾਂ ਉੱਤੇ ਮੈਂ ਕੰਮ ਕੀਤਾ। ਔਰ ਜਿਤਨੀਆਂ ਵੀ ਆਪ ਬੀਤੀਆਂ ਮੈਂ ਪੜ੍ਹੀਆਂ, ਮੈਨੂੰ ਇਹ ਖੁਸ਼ੀ ਹੋਈ ਕਿ ਹਰ ਬੰਦਾ ਜਿਹੜਾ ਸੀ ਉਹਨੇ ਪਾਕਿਸਤਾਨ ਬਣਦੇ ਹੋਏ ਦੇਖਿਆ ਸੀ। ਪਾਕਿਸਤਾਨ ਬਣਦੇ ਵਕਤ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਹਦੇ ਹਾਲਾਤ ਉਹਨਾਂ ਨੇ ਲਿਖੇ। ਕੁਝ ਮੰਜ਼ੂਮ ਆਪ ਬੀਤੀਆਂ ਸਨ ਜਿਹੜੀਆਂ ਨਜ਼ਮ ਦੀ ਸੂਰਜ ਹਮਾਇਤ ਅਲੀ ਸ਼ਾਇਰ ਨੇ ਲਿਖੀਆਂ ਸਨ ਔਰ ਆਪਣਾ ਵਜ਼ੀਰ ਆਗਾ ਨੇ ਲਿਖੀਆਂ ਸਨ। ਫਿਰ ਇਹ ਸੀ ਕਿ ਉਹਨਾਂ ਦੇ ਅੰਦਰ ਹਰ ਬੰਦੇ ਦਾ ਤਾਲੁਕ ਜਿਹੜਾ ਸ਼ਾਇਰ ਔਰ ਅਦੀਬ ਰਿਹਾ ਉਸ ਜ਼ਮਾਨੇ ਦਾ, ਉਹ ਰੇਡੀਓ ਤੋਂ ਜ਼ਰੂਰ ਅੱਗੇ ਉਹ ਰੇਡੀਓ ਦੇ ਵਿੱਚ ਖਾਓ ਬੋਲਣ ਵਾਲਾ ਸੀ ਸਦਾਕਾਰ, ਖਾਓ ਲਿਖਣ ਵਾਲਾ ਸੀ ਕਲਮਕਾਰ, ਕਿਸੇ ਵੀ ਤਰੀਕੇ ਨਾਲ ਉਹਦਾ ਰੇਡੀਓ ਨਾਲ ਤਾਲੁਕ ਬਹੁਤ ਰਿਹਾ। ਫਿਰ ਉਹ ਲੋਕ ਜਿਹੜੇ ਨੇ ਉਹਨਾਂ ਨੇ ਮੁਖਤਲਿਫ ਸ਼ੋਬਿਆਂ ਦੇ ਵਿੱਚ ਬੜਾ ਨਾਮ ਬਣਾਇਆ। ਔਰ ਜ਼ਾਹਿਰ ਹੈ ਕਿ ਜਦੋਂ ਇੱਕ ਨਾਮ ਬਣ ਜਾਂਦਾ ਬੰਦੇ ਦਾ, ਉਹ ਫਿਰ ਆਪਣੀ ਆਪ ਬੀਤੀ ਜਿਸ ਟਾਈਮ ਲਿਖਦਾ ਤੇ ਫਿਰ ਉਹ ਲੋਕਾਂ ਵਾਸਤੇ ਵੀ ਇੱਕ ਮਸ਼ਅਲੇ ਰਾਹ ਬਣ ਜਾਂਦਾ। ਤੇ ਆਪ ਬੀਤੀ ਪੜ੍ਹਨ ਦਾ ਬਹੁਤ ਲੁਤਫ ਹੈ। ਆਪ ਬੀਤੀ ਨੂੰ ਜ਼ਾਹਿਰ ਹੈ ਮੈਂ ਉੱਤੇ ਕੰਮ ਕੀਤਾ। ਕੁਝ ਨਿਸ਼ਾਨਦੇਹੀਆਂ ਮੈਂ ਐਸੀਆਂ ਕੀਤੀਆਂ ਸਨ ਉਹਦੇ ਵਿੱਚ ਜਿਹੜੀਆਂ ਕਿ ਚੀਜ਼ਾਂ ਮੁਬਾਲਗਾ ਰਾਈ ਤੇ ਸਨ, ਜਿਹੜੀਆਂ ਕਿ ਹਕਾਇਕ ਦੇ ਮੁਨਾਫੀ ਸਨ। ਲੇਕਿਨ ਜ਼ਾਹਿਰ ਹੈ ਕਿ ਜਿੱਥੇ ਆਪਣਾ ਲਿਖਿਆ ਜਾ ਰਿਹਾ ਆਪਣੇ ਬਾਰੇ 'ਚ, ਉੱਥੇ ਅਹਿਸਾਸ ਤਫਾਖਰ ਵੀ ਹੁੰਦਾ ਲੋਕਾਂ ਨੂੰ। ਉਹ ਬਹੁਤ ਸਾਰੀਆਂ ਗੱਲਾਂ ਆਪਣੀ ਮਤਲਬ ਸ਼ਾਨ 'ਚ ਐਸੀਆਂ ਵੀ ਲਿਖ ਜਾਂਦੇ ਨੇ ਜਿਹੜੀਆਂ ਕਿ ਹਕੀਕਤ ਤੋਂ ਥੋੜ੍ਹੀਆਂ ਜਿਹੀਆਂ ਦੂਰ ਹੁੰਦੀਆਂ। ਲੇਕਿਨ ਬਾਜ਼ ਆਪ ਬੀਤੀਆਂ ਐਸੀਆਂ ਨੇ ਜਿਹੜੀਆਂ ਇਤਨੀਆਂ ਹਕੀਕਤ ਪਸੰਦਾਨਾ ਅੰਦਾਜ਼ 'ਚ ਲਿਖੀਆਂ ਗਈਆਂ ਨੇ ਕਿ ਉਹਨੂੰ ਪੜ੍ਹਨ ਲੱਗੇ ਵੀ ਬਾਜ਼ ਔਕਾਤ ਸ਼ਰਮ ਆਉਂਦੀ ਹੈ, ਕਿਉਂਕਿ ਆਪਣਾ ਗੁਨਾਹ ਸਵਾਬ ਸਾਰਾ ਕੁਛ ਹੀ ਲੋਕਾਂ ਨੇ ਕੁਛ ਲਿਖਿਆ। ਅੱਛਾ, ਆਖਰ ਤੇ ਮੈਂ ਜ਼ਾਹਿਰ ਹੈ ਬੁਨਿਆਦੀ ਗੱਲ ਤੇ ਅਦੀਬ ਸ਼ਾਇਰ ਤੇ ਬ੍ਰਾਡਕਾਸਟਰ ਤੇ ਆਪਣੀਆਂ ਯਾਦਾਸ਼ਤਾਂ ਇਹ ਸਾਰੀਆਂ ਨਾਲ ਹੁੰਦੀਆਂ ਨੇ। ਤੇ ਤੁਸੀਂ ਕੁਝ ਆਪਣੇ ਬਾਰੇ 'ਚ ਵੀ ਦੱਸੋ ਤੇ ਕੀ ਕਰ ਰਹੇ ਹੋ ਅੱਜ ਕੱਲ੍ਹ, ਜਿਹਨੂੰ ਕਹਿੰਦੇ ਨੇ ਮਾਮੂਲਾਤ ਜ਼ਿੰਦਗੀ ਕੀ ਨੇ, ਕੀ ਹੋ ਰਿਹਾ? ਮਾਮੂਲਾਤ ਜ਼ਿੰਦਗੀ ਤੇ ਜਨਾਬ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਜ਼ਾਹਿਰ ਰੱਖਣੇ ਪੈਂਦੇ ਨੇ। ਅਗਰ ਤੁਸੀਂ ਨਾ ਰੱਖੋ, ਫਾਰਿਗ ਰਹੋ ਤੇ ਫਿਰ ਵੀ ਗੁਜ਼ਾਰਾ ਨਹੀਂ ਹੁੰਦਾ। ਬਲਕਿ ਤੁਸੀਂ ਇਹ ਗੱਲ ਕੀਤੀ ਤੇ ਮੈਨੂੰ ਯਾਦ ਆਇਆ ਕਿ ਜਿਹੜਾ ਦਿਹਾੜਾ ਛੁੱਟੀ ਦਾ ਹੁੰਦਾ ਨਾ ਜੀ, ਉਸ ਦਿਹਾੜੇ ਤੇ ਵਕਤ ਕੱਢਣਾ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ, ਕਿਉਂਕਿ ਆਦਤ ਪਈ ਹੁੰਦੀ ਹੈ ਕਿਤੇ ਨਾ ਕਿਤੇ ਜਾਣ ਦੀ, ਕੋਈ ਨਾ ਕੋਈ ਅਸਾਈਨਮੈਂਟ ਕਰਨ ਦੀ। ਤੇ ਮੈਂ ਗਵਰਨਮੈਂਟ ਕਾਲਜ ਲਾਹੌਰ ਤੋਂ ਜਿਸ ਟਾਈਮ ਤਾਲੀਮ ਹਾਸਲ ਕਰਕੇ ਫਾਰਿਗ ਹੋਇਆ ਤੇ ਉਸ ਤੋਂ ਬਾਅਦ ਫਿਰ ਮੈਂ B.Ed ਕੀਤਾ ਸੀ ਫੈਸਲਾਬਾਦ ਤੋਂ। ਤੇ ਮੈਂ ਬਾਈ ਨੇਚਰ ਚੂੰਕਿ ਇੱਕ ਉਸਤਾਦ ਦਾ ਪੁੱਤਰ ਹਾਂ, ਮੇਰੇ ਅੱਬਾ ਜੀ ਪ੍ਰੋਫੈਸਰ ਕਸੀਮੁਰ ਰਿਆਜ਼, ਉਹ ਬੜੇ ਆਲਿਮ ਆਦਮੀ ਸਨ। ਹਾਂਜੀ, ਬੜਾ ਨਾਮ ਸੀ ਉਹਨਾਂ ਦਾ। ਫੈਸਲਾਬਾਦ ਵੀ ਰਹੇ ਤੇ ਅਸਗਰ ਮਾਲ ਕਾਲਜ ਪਿੰਡੀ ਤੋਂ ਰਿਟਾਇਰ ਹੋਏ ਸਨ, ਉਰਦੂ ਦੇ ਪ੍ਰੋਫੈਸਰ ਸਨ। ਅਸੀਂ ਬਹੁਤ ਕੁਝ ਉਹਨਾਂ ਕੋਲ ਸਿੱਖਿਆ, ਹਿਸਟਰੀ, ਅੰਗਰੇਜ਼ੀ, ਉਰਦੂ, ਮੁਤਾਲਾ ਪਾਕਿਸਤਾਨ, ਫਾਰਸੀ, ਬੜਾ ਵੱਡਾ ਕਾਲਜ ਭਾਈ। ਬਹੁਤ ਉਹਨਾਂ ਨੂੰ ਜਨਾਬ ਬਹੁਤ ਕੁਝ ਉਹਨਾਂ ਕੋਲ ਇਲਮ ਸੀ। ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ, ਮੈਂ ਬਣਨਾ ਚਾਹੁੰਦਾ ਸਾਂ ਵਕੀਲ, ਕਿ ਮੈਂ ਬੈਰਿਸਟਰ ਬਣਾ। ਉਹਨਾਂ ਨੇ ਕਿਹਾ ਪੁੱਤਰ ਵਕੀਲ ਜਿੱਡਾ ਵੱਡਾ ਮਰਜ਼ੀ ਬਣ ਜਾ,
ਲੇਕਿਨ ਦੇਖ ਲਈ ਕਿ ਤੇਰੀ ਦਫ਼ਤਰ ਦੇ ਵਿੱਚ ਚੈਂਬਰ 'ਚ ਇੱਕ ਪਾਸੇ ਕੋਈ ਕਾਤਲ ਬੈਠਾ ਹੋਏਗਾ ਆਪਣਾ ਮੁਕੱਦਮਾ ਲੈ ਕੇ, ਇੱਕ ਜੇਬ ਕਤਰਾ ਬੈਠਾ ਹੋਏਗਾ, ਇੱਕ ਘਰੋਂ ਭੱਜਣ ਵਾਲੀ ਔਰਤ ਬੈਠੀ ਹੋਏਗੀ, ਇੱਕ ਇਸ ਤਰ੍ਹਾਂ ਦੇ ਮੁਜਰਮ ਲੋਕ ਬੈਠੇ ਹੋਣਗੇ। ਤੇ ਜਿਸ ਟਾਈਮ ਤੂੰ ਟੀਚਰ ਅਗਰ ਬਣੇਗਾ ਤੇ ਤੇਰੇ ਸਾਹਮਣੇ ਮੁੰਡੇ ਵਾਲ ਬੋਦੇ ਵਾਹ ਕੇ ਤੇ ਨਵੀਆਂ ਯੂਨੀਫਾਰਮਾਂ ਪਹਿਨ ਕੇ ਬੈਠੇ ਹੋਣਗੇ ਤੇ ਤੂੰ ਉਹਨਾਂ ਨੂੰ ਆਪਣੀ ਗੱਲ ਬਿਹਤਰ ਤਰੀਕੇ ਨਾਲ ਸਮਝਾ ਸਕੇਗਾ। ਤੇ ਮੈਂ ਉਹ ਗੱਲ ਪੱਲੇ ਬੰਨੀ ਉਹਨਾਂ ਦੀ। ਫਿਰ ਮੈਂ ਗਵਰਨਮੈਂਟ ਦੀ ਨੌਕਰੀ ਸ਼ੁਰੂ ਕੀਤੀ 1996 ਦੇ ਵਿੱਚ ਹੀ, ਔਰ ਫਿਰ ਮੈਂ ਮੁਸਤਕਿਲ ਹੋ ਗਿਆ। ਗਵਰਨਮੈਂਟ ਆਫ ਪੰਜਾਬ ਦੀ ਨੌਕਰੀ 'ਚ ਲੈਕਚਰਰ ਕਾਲਜ, ਗਵਰਨਮੈਂਟ ਕਾਲਜ ਗੋਜਰਾ ਮੈਂ ਸਰਵਿਸ ਕੀਤੀ, ਗਵਰਨਮੈਂਟ ਕਾਲਜ ਗੁਜਰ ਖਾਨ ਮੈਂ ਰਿਹਾ, ਸਰਵਰ ਸ਼ਹੀਦ ਕਾਲਜ, ਫਿਰ ਮੈਂ ਹਸ਼ਮਤ ਅਲੀ ਇਸਲਾਮੀਆ ਕਾਲਜ 'ਚ ਰਿਹਾ ਤੇ ਅੱਜ ਕੱਲ੍ਹ ਮੈਂ ਗਵਰਨਮੈਂਟ ਕਾਲਜ ਸੈਟਲਾਈਟ ਟਾਊਨ ਰਾਵਲਪਿੰਡੀ ਦੇ ਵਿੱਚ ਹਾਂ। ਤੇ ਤਕਰੀਬਨ 21 ਸਾਲ ਮੈਨੂੰ ਇਸ ਕਾਲਜ ਵਿੱਚ ਹੋ ਗਏ ਨੇ। ਤੇ ਅਲਹਮਦੁਲਿਲਾ ਮੇਰੇ ਕੋਲ ਜਿਹੜੀ ਜ਼ਿੰਮੇਦਾਰੀਆਂ ਨੇ ਉਹ ਪ੍ਰਿੰਸੀਪਲਸ਼ਿਪ ਦੀਆਂ ਨੇ। ਤੇ ਮੈਂ ਉਸ ਕਾਲਜ ਦਾ ਇਹ ਸੋਚਿਆ ਹੈ ਕਿ ਰਾਵਲਪਿੰਡੀ ਦੇ ਵਿੱਚ ਇਹ ਮੇਰਾ ਕਾਲਜ ਜਿਹੜਾ ਵੇ ਇਹ ਸਭ ਤੋਂ ਮਰਕਜ਼ੀ ਜਗ੍ਹਾ ਤੇ ਵੇ, ਚਾਰੋਂ ਤਰਫ ਸੜਕ ਲੱਗਦੀ ਹੈ। ਔਰ ਅੱਗੇ ਪਿੱਛੇ ਤੁਹਾਡੇ ਜਿਹੜੇ ਵੱਡੇ ਲੋਕ ਸਨ ਇੱਥੇ ਕਿਹੜੇ ਸਨ? ਇੱਥੇ ਅਨਵਰ ਮਸੂਦ ਸਾਹਿਬ ਇਸ ਕਾਲਜ ਦੇ ਵਿੱਚ ਰਹੇ ਨੇ, ਅਹਿਸਾਨ ਅਕਬਰ ਸਾਹਿਬ ਇਸ ਕਾਲਜ ਵਿੱਚ ਰਹੇ ਨੇ, ਹੋਰ ਬੜੇ ਨਾਮ ਨੇ ਲੋਕਾਂ ਦੇ, ਔਰ ਬੜੇ ਲੋਕ ਪੜ੍ਹ ਕੇ ਇੱਥੋਂ ਪੂਰੀ ਦੁਨੀਆ ਦੇ ਵਿੱਚ ਖਿਦਮਤ ਸਰ ਅੰਜਾਮ ਦੇ ਰਹੇ ਨੇ। ਤੇ ਉੱਥੇ ਅਖਤਰ ਉਸਮਾਨ ਵੀ ਇੱਥੇ ਪੜ੍ਹਦਾ ਰਿਹਾ। ਜੀ ਮਾਸ਼ਾਅੱਲਾ ਅਖਤਰ ਉਸਮਾਨ ਵੀ ਇੱਥੇ ਨੇ। ਔਰ ਅਸੀਂ ਵੀ ਹੁਣੇ ਚਾਹ ਰਹੇ ਹਾਂ ਕਿ ਉਹ ਜਿਹੜੀਆਂ ਸਰਗਰਮੀਆਂ ਜਿਹੜੀਆਂ ਮੁੱਕ ਗਈਆਂ ਨਾ ਜੀ ਕਾਲਜਾਂ ਚੋਂ, ਜਿਹਦੇ ਵਿੱਚ ਤੁਹਾਡੇ ਮੁਸ਼ਾਇਰੇ ਹੁੰਦੇ ਸਨ, ਮੁਬਾਸੇ ਹੁੰਦੇ ਸਨ, ਪੰਜਾਬੀ ਟਾਕਰਾ ਬਲਕਿ ਹੁੰਦਾ ਸੀ, ਮੋਬਾਈਲ ਨਿਰਾ ਸਿਆਪਾ ਦਾ ਉਨਵਾਨ ਤੋਂ ਟਾਕਰਾ ਕਰਾ ਰਹੇ ਹਾਂ ਕੁਝ ਦਿਨਾਂ ਬਾਅਦ ਇਨਸ਼ਾਅੱਲਾ ਤਾਲਾ ਉਹ ਹੋਏਗਾ ਕਾਲਜ। ਤੁਹਾਨੂੰ ਵੀ ਦਾਵਤ ਹੈ ਜਨਾਬ, ਬਿਸਮਿਲ੍ਲਾ, ਮੈਂ ਹਾਜ਼ਰ ਜਨਾਬ, ਹਾਜ਼ਰ। ਤੇ ਇਸ ਤਰ੍ਹਾਂ ਦੀਆਂ ਤਕਾਰੀਬ ਜਿਨ੍ਹਾਂ 'ਚ ਬੱਚੇ ਤਖਲੀਕੀ ਤੌਰ ਤੇ ਅੱਗੇ ਆਉਣ ਔਰ ਉਹਨਾਂ ਨੂੰ ਪਤਾ ਚੱਲੇ ਕਿ ਅੱਲਾਹ ਤਾਲਾ ਨੇ ਉਹਨਾਂ ਨੂੰ ਕਿਹੜੀਆਂ ਸਲਾਹੀਅਤਾਂ ਦਿੱਤੀਆਂ ਨੇ ਔਰ ਉਹਦੇ ਵਿੱਚ ਅੱਗੇ ਨਿਕਲਣ। ਤੇ ਇਸੇ ਤਰ੍ਹਾਂ ਸਪੋਰਟਸ ਦੇ ਪ੍ਰੋਗਰਾਮ ਵੀ ਮੈਂ ਕਰਵਾਉਣਾ ਚਾਹੁੰਦਾ, ਕਿਉਂਕਿ ਕਿਤਾਬੀ ਕੀੜੇ ਬਣਾਉਣ ਦੀ ਬਜਾਏ ਅਸੀਂ ਚਾਹੁੰਦੇ ਹਾਂ ਕਿ ਕੋਈ ਐਸੇ ਬੱਚੇ ਪੈਦਾ ਹੋਣ ਜਿਨ੍ਹਾਂ ਨੂੰ ਆਪਣੇ ਵਤਨ ਦਾ ਵੀ ਪਤਾ ਹੋਵੇ, ਮੁਲਕ ਦਾ ਵੀ ਪਤਾ ਹੋਵੇ, ਆਪਣੀ ਸਕਾਫਤ ਦਾ ਵੀ ਪਤਾ ਹੋਵੇ, ਮਿੱਟੀ ਦਾ ਵੀ ਪਤਾ ਹੋਵੇ ਤੇ ਆਪਣੀ ਰਹਿਤਲ ਦਾ। ਤੇ ਕੁਝ ਕਿਤਾਬਾਂ ਵੀ ਤੇ ਤਰਤੀਬ ਦੇ ਹੀ ਲਈਆਂ ਹੋਣਗੀਆਂ ਜੀ? ਕਿਤਾਬਾਂ ਮੈਂ 2-3 ਤਰਤੀਬ ਦਿੱਤੀਆਂ ਨੇ ਜੀ। ਇੱਕ ਤੇ ਸ਼ਾਇਰੀ ਦੀ ਕਿਤਾਬ ਹੈ ਉਰਦੂ ਦੀ, ਇੱਕ ਪੰਜਾਬੀ ਦੀ ਮੈਂ ਸੋਚ ਰਿਹਾ ਹਾਂ ਕਿ ਤਰਤੀਬ ਦੇ ਲਈ ਜਾਏ, ਔਰ ਇੱਕ ਮੇਰੀ ਕਿਤਾਬ, ਮੇਰਾ ਥੀਸਿਸ ਹੈ MA ਦਾ ਮਾਲਿਕ ਰਾਮ ਦੇ ਉੱਤੇ, ਸਭ ਕਾ ਮਾਲਿਕ ਰਾਮ, ਉਹ ਇਸ ਉਨਵਾਨ ਤੋਂ ਮੈਂ ਛੋਟੀ ਜਿਹੀ ਕਿਤਾਬ। ਔਰ ਜਿਹੜਾ ਮੇਰਾ ਥੀਸਿਸ ਹੈ PhD ਦਾ, ਉਹ ਮੈਂ ਜਿਹੜਾ ਉਹਨੂੰ ਟੌਪਿਕ ਉਨਵਾਨ ਦਿੱਤਾ ਵੇ ਉਹ ਵੇ ਸ਼ਜਰੇ ਮਾਕੂਸ, ਉਲਟਾ ਦਰਖਤ। ਔਰ ਉਲਟਾ ਦਰਖਤ ਬੇਸਿਕਲੀ ਇਨਸਾਨ ਹੁੰਦਾ ਜੀ। ਇਨਸਾਨ ਕਿਉਂਕਿ ਦੇਖੋ ਨਾ, ਦਰਖਤ ਦੀ ਜੜ ਜਿਹੜੀ ਹੁੰਦੀ ਹੈ ਉਹ ਜ਼ਮੀਨ 'ਚ ਹੁੰਦੀ ਹੈ, ਇਨਸਾਨ ਦੀ ਜੜ ਦਿਮਾਗ ਹੈ ਤੋਂ ਉੱਤੇ ਹੁੰਦਾ ਹੈ। ਤੇ ਦਰਖਤ ਦੀਆਂ ਸ਼ਾਖਾਂ ਇਦਾਂ ਉੱਤੇ ਹੁੰਦੀਆਂ ਨੇ, ਸਾਡੀਆਂ ਸ਼ਾਖਾਂ ਥੱਲੇ ਨੂੰ ਹੈ। ਦਰਖਤ ਜਿਹੜਾ ਜ਼ਮੀਨ 'ਚੋਂ ਨਿਕਲਦਾ ਬੇਲਾਖਰ ਤੇ ਇਨਸਾਨ ਜ਼ਮੀਨ 'ਚ ਜਾਂਦਾ ਬੇਲਾਖਰ। ਇਸ ਵਾਸਤੇ ਇਹ ਸ਼ਜਰੇ ਮਾਕੂਸ ਦਾ ਨਾਮ ਮੈਂ ਦਿੱਤਾ। ਤੇ ਇਨਸ਼ਾਅੱਲਾ ਬਹੁਤ ਜਲਦੀ ਉਹ ਮੰਜ਼ਰ ਆਮ ਤੇ ਇਨਸ਼ਾਅੱਲਾ ਆਏਗੀ ਜੀ। ਗੱਲਾਂ ਬਹੁਤ ਸੋਹਣੀਆਂ ਨੇ ਤੇ ਬੜੀਆਂ ਸੋਹਣੀਆਂ ਅਸੀਂ ਗੱਲਾਂ ਕੀਤੀਆਂ ਨੇ। ਮੈਂ ਚਾਹਾਂਗਾ ਆਖਰ ਤੇ ਇੱਕ ਨਜ਼ਮ ਵੀ ਸੁਣਾ ਹੀ ਦਿਓ ਸਾਨੂੰ ਪੰਜਾਬੀ ਦੀ। ਮੈਂ ਨਜ਼ਮ ਸੁਣਾਉਂਦਾ ਜੀ ਆਪਣੀ, ਕਿ ਉਹਦਾ ਉਨਵਾਨ ਹੈ ਹਬਸ ਚ ਲੂ ਦੀਆਂ ਦੁਆਵਾਂ। ਵਾਹ। ਅੱਗਾਂ ਵਰਗੀ ਗਰਮੀ ਦੇ ਵਿੱਚ ਪਿੰਡ ਦੇ ਬਾਹਰਲੇ ਰਸਤੇ ਉੱਤੇ ਖੂਹ ਸੀ ਸੁੱਕਿਆ ਹੋਇਆ। ਖੂਹ ਦੇ 4 ਚੁਫੇਰੇ ਸਨ, ਕੁਝ ਕਿਕਰਾਂ ਉਗੀਆਂ ਹੋਈਆਂ, ਕਿਕਰਾਂ ਥੱਲੇ ਮਿੱਟੀ ਉੱਤੇ ਸੱਪ ਦੇ ਜਾਣ ਦਾ ਰਸਤਾ। ਖੂਹ ਦੇ ਕੰਢੇ ਪਈਆਂ 2-3 ਚਿੜੀਆਂ ਮਰੀਆਂ ਹੋਈਆਂ, ਅੱਗਾਂ ਵਰਗੀ ਗਰਮੀ ਦੇ ਵਿੱਚ ਆਪਣੀ ਜਾਨ ਬਚਾਵਣ। ਕਿਕਰਾਂ ਵਿੱਚ ਸੀ ਲੁਕਦਾ ਫਿਰਦਾ ਝੱਲਿਆਂ ਵਾਂਗ ਪਖੇਰੂ, ਦੂਰ ਅਸਮਾਨਾਂ ਉੱਤੇ ਰਲ ਕੇ ਪਾਵਨ ਕੂੰਜਾਂ ਖੱਪ। ਖਬਰੇ ਅੱਜ ਹੀ ਭੁੱਲ ਜਾਵੇ ਇਹ ਰਸਤਾ ਫਨੀਅਰ ਸੱਪ। ਅੱਲਾਹੁ ਅਕਬਰ। ਫਨੀਅਰ ਸੱਪ ਅੱਗੇ ਪਿੱਛੇ ਹਨ ਤੇ ਨਿੱਕੀਆਂ ਨਿੱਕੀਆਂ ਚਿੜੀਆਂ ਜਿਹੜੀਆਂ ਉਹ ਡਰਦੀਆਂ ਫਿਰਦੀਆਂ ਨੇ। ਅੱਜ ਦਾ ਥੜਾ ਸਿਆਸਤ ਇੱਥੇ ਹੀ ਖਤਮ ਕਰਨੇ ਆ। ਆਪਣੇ ਯਾਰ ਅਹਿਮਦ ਲਤੀਫ ਨੂੰ ਇਜਾਜ਼ਤ ਦਿਓ। ਅੱਲਾ ਨਿਗਹਿਬਾਨ।